ਵਿਤਕਰਾ ਕਰਦੀ ਹੈ ਕੇਂਦਰ ਸਰਕਾਰ ਬੀਜੇਪੀ ਪੰਜਾਬ ਦੇ ਨਾਲ ਵਿਤਕਰਾ ਕਰਦੀ ਔਰ ਕਿਤੇ ਨਾ ਕਿਤੇ ਜਿਹੜੇ ਖੇਤੀ ਕਾਨੂੰਨ ਵਾਪਸ ਲੈਣੇ ਪਏ ਉਹਨੂੰ ਲੈ ਕੇ ਕਿਤੇ ਪ੍ਰਧਾਨ ਮੰਤਰੀ ਮੋਦੀ ਨਾਰਾਜ਼ ਵੀ ਨੇ ਤੇ ਪੰਜਾਬ ਨਾਲ ਕਿਸੇ ਨਾ ਕਿਸੇ ਤਰ੍ਹਾਂ ਬਦਲਾ ਵੀ ਲੈਣਗੇ। ਇਸ ਤਰ੍ਹਾਂ ਦੀਆਂ ਆਮ ਦੀਆਂ ਕੋਈ ਕਹਿ ਦਿੰਦਾ ਗੱਲ। ਇੱਕ ਬਹੁਤ ਵੱਡਾ ਦਿਲ ਦਿਖਾਇਆ ਉਹਨਾਂ ਨੇ ਜਦੋਂ ਮਾਫੀ ਮੰਗੀ। ਸਾਡੇ ਮੁਲਕ ਦੇ ਵਿੱਚ ਵੱਡੇ ਲੀਡਰ ਅਕਸਰ ਮਾਫੀ ਨਹੀਂ ਮੰਗਦੇ ਹੁੰਦੇ। ਸਾਡੇ ਮੁਲਕ ਦੇ ਵਿੱਚ ਬਲੂ ਸਟਾਰ ਆਪਰੇਸ਼ਨ, ਐਂਟੀ ਸਿੱਖ ਰਾਈਟਸ, ਬੜੀਆਂ ਵੱਡੇ ਹਾਦਸੇ ਹੋਏ, ਕਿਸੇ ਨੇ ਮਾਫੀ ਨਹੀਂ ਮੰਗੀ। ਇੱਥੇ ਇੱਕ ਜੇਕਰ ਇਸ ਤਰ੍ਹਾਂ ਦਾ ਇਸ਼ੂ ਇੱਕ ਆਇਆ, ਇੱਕ ਪ੍ਰਾਈਮ ਮਿਨਿਸਟਰ ਨੇ ਬੜੇ ਫਰਾਖਦਿਲੀ ਨਾਲ ਕਿਹਾ ਮੈਂ क्षमा याचना करता हूँ। ਅੰਮ੍ਰਿਤਪਾਲ ਇਸ਼ੂ ਜਾਂ ਮੈਂ ਕਹਾਂ ਕਿ ਖਾਲਿਸਤਾਨ ਇਸ਼ੂ ਪਨਪ ਕਿਵੇਂ ਗਿਆ? ਜਦੋਂ ਅੱਜ ਤੋਂ ਕੁਝ ਸਾਲਾਂ ਪਹਿਲਾਂ ਜਾਂ 7-8 ਸਾਲ ਪਹਿਲਾਂ ਤੱਕ ਖਾਲਿਸਤਾਨ ਵਰਡ ਵੀ ਮੈਨੂੰ ਲੱਗਦਾ ਕਿ ਬੈਨ ਸੀਗਾ, ਯੂਜ਼ ਵੀ ਨਹੀਂ ਹੋ ਪਾ ਰਿਹਾ ਸੀਗਾ। ਇਹੋ ਜਿਹੀ ਸਥਿਤੀ ਪੰਜਾਬ 'ਚ ਬਣ ਗਈ ਹੈ, ਕਿਉਂ ਬਣੀ ਔਰ ਜੇ ਬਣ ਗਈ ਹੈ ਤਾਂ ਕਿੰਨੀ ਕੁ ਸੈਂਸਿਟਿਵ ਤੁਸੀਂ ਇਸ ਨੂੰ ਸਮਝਦੇ ਹੋ? ਤੁਸੀਂ ਆਪਾਂ ਚੀਜ਼ਾਂ ਨੂੰ ਇਮੈਜਿਨ ਕਰਨਾ ਛੱਡ ਦਈਏ। ਕੋਈ ਉਹ ਅੰਮ੍ਰਿਤਪਾਲ ਹੈ ਤੇ ਉਹ ਖਾਲਿਸਤਾਨ, ਤੁਸੀਂ ਜੇ ਖਾਲਿਸਤਾਨ ਦੇ ਸਵਾਲ ਪੁੱਛੋਗੇ ਤਾਂ ਅਗਲਾ ਖਾਲਿਸਤਾਨ ਦੀ ਗੱਲ ਕਰੇਗਾ। ਉਹ ਆਪਣੇ ਆਪ ਖਾਲਿਸਤਾਨ ਦੀ ਮੰਗ ਨਹੀਂ ਸ਼ੁਰੂ ਕੀਤੀ ਉਹਨੇ। ਜਦੋਂ ਸਵਾਲ ਪੁੱਛਦੇ ਹੋ ਫਿਰ ਉਹ ਖਾਲਿਸਤਾਨ ਤੇ ਬੋਲਦਾ। ਸ਼ਹਿਰਾਂ ਦੇ ਵਿੱਚ ਬੀਜੇਪੀ ਦਾ ਕਾਡਰ ਹੈ, ਪਿੰਡਾਂ 'ਚ ਬੀਜੇਪੀ ਨੂੰ ਰਿਸਪੌਂਸ ਨਹੀਂ ਮਿਲ ਰਿਹਾ। ਅਕਾਲੀ ਦਲ ਪਿੰਡਾਂ 'ਚ ਠੀਕ ਕਰ ਰਹੀ ਹੈ ਤੇ ਸ਼ਹਿਰਾਂ 'ਚ ਰਿਸਪੌਂਸ ਮਿਲ ਰਿਹਾ। ਇਹਨਾਂ ਦੀ ਸਕਸੈਸ ਦਾ ਮੰਤਰ ਕੀ ਸੀ? ਤੁਸੀਂ ਬੀਜੇਪੀ ਇੱਕ ਸ਼ਹਿਰੀ ਬੇਸ ਵਾਲੀ ਪਾਰਟੀ ਸੀ, ਅਕਾਲੀ ਦਲ ਇੱਕ ਪੇਂਡੂ ਬੇਸ ਵਾਲੀ ਪਾਰਟੀ ਸੀ। ਜਦੋਂ ਤੱਕ ਵੱਖਰੇ ਲੜਦੇ ਰਹੇ, ਦੋਨਾਂ ਦੇ ਪੱਲੇ ਕੁਝ ਨਹੀਂ ਪਿਆ। ਜਦੋਂ ਦੋਨੋਂ ਇਕੱਠੇ ਹੋ ਗਏ ਔਰ ਸ਼ਹਿਰੀ ਤੇ ਪੇਂਡੂ ਬੇਸ ਇਕੱਠੇ ਹੋ ਗਏ ਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਪਾਵਰ 'ਚ ਆਉਣ ਲੱਗ ਪਏ। ਮੰਚ ਭਰ ਜਾਂਦਾ। ਪਰ ਬੀਜੇਪੀ ਨੇ ਪੰਜਾਬ ਦੇ ਵਿੱਚ ਇਹ ਸ਼ੁਰੂਆਤ ਕੀਤੀ ਕਿ ਆਪਾਂ ਸਾਬਕਾ ਅਫਸਰਾਂ ਨੂੰ ਇੱਥੇ ਲੈ ਕੇ ਆਈਏ ਤਾਂ ਕਿ ਪੰਜਾਬ ਨੂੰ ਸਮਝ ਸਕੀਏ। ਤੁਸੀਂ ਉਹ ਪਹਿਲੀ ਕੜੀ ਹੋ ਜਦੋਂ ਪੰਜਾਬ ਦਾ ਮਿਸ਼ਨ ਮੈਨੂੰ ਲੱਗਦਾ ਕਿ ਜਦੋਂ ਬੀਜੇਪੀ ਪੰਜਾਬ ਵੱਲ ਜ਼ਿਆਦਾ ਸੀਰੀਅਸ ਹੁੰਦੀ ਹੈ। ਸਾਰਾ ਮਸਲਾ ਗਵਰਨਮੈਂਟ ਆਫ ਇੰਡੀਆ ਨੇ, ਖਾਸ ਤੌਰ ਤੇ ਪ੍ਰਧਾਨ ਮੰਤਰੀ ਜੀ ਨੇ ਬੜੇ ਅੱਛੇ ਤਰੀਕੇ ਨਾਲ ਔਰ ਫਰਾਖ ਦਿਲ, ਟਾਈਮ ਲੱਗਿਆ ਉਹਦੇ ਵਿੱਚ। ਸਰਕਾਰ ਨੇ ਫੈਸਲੇ ਲੈ ਲਏ ਸੀ, ਐਜੀਟੇਸ਼ਨ ਸ਼ੁਰੂ ਹੋ ਗਈ, ਧਰਨੇ ਸ਼ੁਰੂ ਹੋ ਗਏ, ਪਰ ਬਾਅਦ ਦੇ ਵਿੱਚ ਇੱਕ ਇਹੋ ਜਿਹੀ ਸਟੇਜ ਆਈ ਜਿਹਦੇ ਵਿੱਚ ਥੋੜ੍ਹਾ ਜਿਹਾ ਹੋਇਆ ਵੀ ਸ਼ਾਇਦ ਕੋਈ ਮਿਸਕਮਿਊਨੀਕੇਸ਼ਨ ਰਹਿ ਗਿਆ ਜਿਹਨੂੰ ਦਰੁਸਤ ਕਰਨ ਦੀ ਲੋੜ ਹੈ। ਬੀਜੇਪੀ ਨੇ ਜਿਸ ਤਰ੍ਹਾਂ ਪਿਛਲੇ ਇੱਕ ਦਸ਼ਕ ਦੇ ਵਿੱਚ ਪੂਰੇ ਦੇਸ਼ 'ਚ ਗਰੋ ਕੀਤਾ, ਨਾਰਥ ਈਸਟ ਦੇ ਸੂਬੇ ਹੋਣ, ਸਾਊਥ ਦੇ ਸੂਬੇ ਹੋਣ, ਹਰਿਆਣਾ ਵਰਗੇ ਸੂਬੇ ਦੇ ਵਿੱਚ ਵੀ ਬੀਜੇਪੀ ਨੇ ਆਪਣਾ ਪਰਚਮ ਲਹਿਰਾਇਆ, ਪਰ ਪੰਜਾਬ ਬੀਜੇਪੀ ਦੇ ਲਈ ਬੜਾ ਵੱਡਾ ਚੈਲੰਜ ਬਣਿਆ ਹੋਇਆ। ਜਿਵੇਂ ਹੋਰਾਂ ਪਾਰਟੀਆਂ ਦੇ ਲੀਡਰਾਂ ਨੂੰ ਆਪਣੇ ਨਾਲ ਸ਼ਾਮਲ ਕਰਾ ਕੇ ਪੰਜਾਬ ਦੀ ਪਿੱਚ ਤੇ ਬੀਜੇਪੀ ਜ਼ਿਆਦਾ ਰਨ ਮਾਰਨਾ ਚਾਹੁੰਦੀ ਹੈ, ਉਸੇ ਤਰ੍ਹਾਂ ਲੀਡਰਾਂ ਦੇ ਨਾਲ ਤਜਰਬੇਕਾਰ ਅਫਸਰਾਂ ਨੂੰ ਵੀ ਬੀਜੇਪੀ ਨੇ ਆਪਣੀ ਪਾਰਟੀ ਸ਼ਾਮਲ ਕਰਾਇਆ ਔਰ ਇਹ ਲੜੀ ਸ਼ੁਰੂ ਹੁੰਦੀ ਹੈ ਪੰਜਾਬ ਤੇ ਮਹਾਰਾਸ਼ਟਰ ਦੇ ਸਾਬਕਾ ਡੀਜੀਪੀ SS ਵਿਰਕ ਤੋਂ ਬਾਅਦ। SS ਵਿਰਕ ਉਹਨਾਂ ਨੂੰ ਪੰਜਾਬ 'ਚ ਬੀਜੇਪੀ 'ਚ ਸ਼ਾਮਲ ਕਰਾਇਆ ਜਾਂਦਾ ਹੈ ਔਰ ਉਹਨਾਂ ਦੇ ਤਜਰਬੇ ਨੂੰ ਹੁਣ ਕਿਵੇਂ ਵਰਤਿਆ ਜਾ ਰਿਹਾ ਹੈ ਇਹ ਖੁਦ ਅੱਜ ਸਾਡੇ ਨਾਲ ਦੱਸਣ ਲਈ ਮੌਜੂਦ ਨੇ ਪੰਜਾਬ ਤੇ ਮਹਾਰਾਸ਼ਟਰ ਦੇ ਸਾਬਕਾ ਡੀਜੀਪੀ SS ਵਿਰਕ। ਵਿਰਕ ਸਾਹਿਬ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ। ਮੰਚ ਭਰ ਜਾਂਦਾ। ਪਰ ਬੀਜੇਪੀ ਨੇ ਪੰਜਾਬ ਦੇ ਵਿੱਚ ਇਹ ਸ਼ੁਰੂਆਤ ਕੀਤੀ ਕਿ ਆਪਾਂ ਸਾਬਕਾ ਅਫਸਰਾਂ ਨੂੰ ਇੱਥੇ ਲੈ ਕੇ ਆਈਏ ਤਾਂ ਕਿ ਪੰਜਾਬ ਨੂੰ ਸਮਝ ਸਕੀਏ। ਤੁਸੀਂ ਉਹ ਪਹਿਲੀ ਕੜੀ ਹੋ ਜਦੋਂ ਪੰਜਾਬ ਦਾ ਮਿਸ਼ਨ ਮੈਨੂੰ ਲੱਗਦਾ ਕਿ ਜਦੋਂ ਬੀਜੇਪੀ ਪੰਜਾਬ ਵੱਲ ਜ਼ਿਆਦਾ ਸੀਰੀਅਸ ਹੁੰਦੀ ਹੈ। ਨਹੀਂ ਹਿਮਾਂਸ਼ੂ ਜੀ, ਇੱਦਾਂ ਨਹੀਂ ਸੀ। ਮੈਂ ਥੋੜ੍ਹਾ ਜਿਹਾ ਜਿਸ ਵੇਲੇ ਕਿਸਾਨਾਂ ਦਾ ਮਸਲਾ ਚੱਲ ਰਿਹਾ ਸੀ, ਉਸ ਵੇਲੇ ਮੈਂ ਕੁਝ ਦੋਸਤਾਂ ਦੇ ਮਾਰਫਤ ਇਹਦੇ 'ਚ ਇਨਵੋਲਵ ਹੋਇਆ ਸੀ ਔਰ ਉਹ ਸਾਰਾ ਮਸਲਾ ਗਵਰਨਮੈਂਟ ਆਫ ਇੰਡੀਆ ਨੇ, ਖਾਸ ਤੌਰ ਤੇ ਪ੍ਰਧਾਨ ਮੰਤਰੀ ਜੀ ਨੇ ਬੜੇ ਅੱਛੇ ਤਰੀਕੇ ਨਾਲ ਔਰ ਫਰਾਖ ਦਿਲ, ਟਾਈਮ ਲੱਗਿਆ ਉਹਦੇ ਵਿੱਚ। ਸਰਕਾਰ ਨੇ ਫੈਸਲੇ ਲੈ ਲਏ ਸੀ, ਐਜੀਟੇਸ਼ਨ ਸ਼ੁਰੂ ਹੋ ਗਈ, ਧਰਨੇ ਸ਼ੁਰੂ ਹੋ ਗਏ, ਪਰ ਬਾਅਦ ਦੇ ਵਿੱਚ ਇੱਕ ਇਹੋ ਜਿਹੀ ਸਟੇਜ ਆਈ ਜਿਹਦੇ ਵਿੱਚ ਥੋੜ੍ਹਾ ਜਿਹਾ ਹੋਇਆ ਵੀ ਸ਼ਾਇਦ ਕੋਈ ਮਿਸਕਮਿਊਨੀਕੇਸ਼ਨ ਰਹਿ ਗਿਆ ਜਿਹਨੂੰ ਦਰੁਸਤ ਕਰਨ ਦੀ ਲੋੜ ਹੈ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਨੇ ਨਾ ਸਿਰਫ ਉਹ ਕਾਨੂੰਨ ਜਿਹੜੇ ਐਗਰੀਕਲਚਰ ਨਾਲ ਰਿਲੇਟਡ ਸੀ ਵਾਪਸ ਲੈ ਲਏ, ਬਲਕਿ ਉਹਨਾਂ ਨੇ ਕਿਸਾਨਾਂ ਨੂੰ ਇਹ ਵੀ ਕਿਹਾ ਕਿ मैं आपसे क्षमा याचना करता हूँ कि अगर ये आपके भले के लिए भी था, हम आपको समझाने में। मतलब मैं उस शख्स ਨਾਲ ਬੈਠਾ ਜਿਨ੍ਹਾਂ ਨੇ ਇਸ ਦੇਸ਼ ਦਾ ਔਰ ਪੰਜਾਬ ਔਰ ਕੇਂਦਰ ਦੇ ਵਿੱਚ ਜੋ ਰਿਫਟ ਪੈਦਾ ਹੋਇਆ ਉਹਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਸੀ ਤੁਸੀਂ ਖਤਮ ਕਰਨ ਲਈ। ਦੇਖੋ ਕੀ ਹੁੰਦਾ ਹੈ, ਕਿਸੇ ਵੇਲੇ ਵੀ ਤੁਸੀਂ ਹਰ ਬੰਦੇ ਦਾ ਇੱਕ ਫਰਜ਼ ਹੈ ਵੀ ਦੇਸ਼ ਦੇ ਵਿੱਚ ਜਾਂ ਸੂਬੇ ਦੇ ਵਿੱਚ ਕੋਈ ਪ੍ਰੋਬਲਮ ਕ੍ਰੀਏਟ ਹੋ ਰਹੀ ਹੋਵੇ, ਉਹਦਾ ਕੋਈ ਹੱਲ ਲੱਭ ਸਕਦਾ ਹੋਵੇ ਤੇ ਉਹ ਲੱਭਣ ਦੇ ਵਿੱਚ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਰੋਲ ਅਦਾ ਕਰ ਸਕਦੇ ਹੋ, ਕਰਨਾ ਚਾਹੀਦਾ ਹੈ। ਮੈਂ ਉਹਨੂੰ ਕੋਈ ਅਹਿਮ ਰੋਲ ਨਹੀਂ ਮੰਨਦਾ, ਪਰ ਉਹਦੇ ਅੰਦਰ ਜੋ ਕੁਝ ਇੱਕ ਬ੍ਰਿਜਸ ਬਿਲਟ ਅਪ ਕਰਨ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਸੀ,
ਸ਼ਾਇਦ ਉਹ ਮੈਂ ਕੀਤੀ। ਫਿਰ ਤੁਸੀਂ ਕਿਸ ਤਰ੍ਹਾਂ ਸਮਝਾ ਪਾਏ, ਕਿਉਂਕਿ ਬੜਾ ਲੰਬਾ ਅਰਸਾ ਲੱਗ ਗਿਆ ਸਮਝਣ ਨੂੰ ਵੀ ਪ੍ਰਧਾਨ ਮੰਤਰੀ ਦੇਖੋ ਉਹਨਾਂ ਨੂੰ ਕੀ ਵੀ। ਹੁੰਦਾ ਹੈ ਵੀ ਕਿਸਾਨ ਆਪਣੀ ਥਾਂ ਤੇ ਅੜੇ ਹੋਏ ਸੀ, ਗਵਰਨਮੈਂਟ ਦੀਆਂ ਆਪਣੀਆਂ ਕੰਪਲਸ਼ਨ ਹੈਗੀਆਂ ਸੀ, ਤੇ ਬਟ ਜਿਸ ਤਰ੍ਹਾਂ ਇਹ ਸਾਰਾ ਇੱਕ ਦਿਨ ਦੇ ਅੰਦਰ, ਤੁਸੀਂ ਮੈਨੂੰ ਯਾਦ ਹੈ 17 ਨਵੰਬਰ। ਅੱਛਾ, ਸਾਰੀ ਗੱਲ ਦੱਸੋ ਫਿਰ ਸਰ, ਤੁਸੀਂ ਮੈਨੂੰ ਲੱਗਦਾ ਜ਼ਿਆਦਾ ਵਧੀਆ ਤਰੀਕੇ ਨਾਲ ਦੱਸ ਸਕਦੇ ਹੋ। ਗੱਲਾਂ ਉਸ ਤਰ੍ਹਾਂ ਚੱਲਦੀਆਂ ਨਹੀਂ, ਪੂਰੀਆਂ ਗੱਲਾਂ ਨਾ ਦੱਸੋ, ਇੱਕ ਦਿਨ ਜਿਹੜਾ ਉਹ ਪਹਿਲਾ ਦਿਨ। ਨਹੀਂ, ਮੈਂ ਤੁਹਾਨੂੰ ਦੱਸਦਾ, ਹੌਲੀ ਹੌਲੀ ਜਦੋਂ ਦੋਨਾਂ ਦੇ ਪਹਿਲਾਂ ਬੜੇ ਹਾਰਡ ਸਟੈਂਡ ਹੈਗੇ ਸੀ। ਬਿਲਕੁਲ 11 ਦੌਰ ਦੀ ਮੀਟਿੰਗ ਹੋਈ ਹੈ, 11 ਦੌਰ ਦੀ ਮੀਟਿੰਗ ਹੋਈ ਹੈ। ਦੇਖੋ ਮੇਰਾ ਆਪਣਾ ਕੀ ਖਿਆਲ ਸੀ ਵੀ ਥੋੜੀ ਜਿਹੀ ਵੀ ਫਰਾਖਦਿਲੀ ਔਰ ਇੱਕ ਵਾਰੀ ਕਮਿਊਨੀਕੇਸ਼ਨ ਠੀਕ ਹੋ ਗਿਆ ਤੇ ਉਹਦੇ 'ਚ ਫੈਸਲਾ ਨਿਕਲ ਆਏਗਾ, ਕੋਈ ਪ੍ਰੋਬਲਮ ਨਹੀਂ ਹੋਏਗੀ। ਔਰ ਉਹ ਬਾਅਦ ਦੇ ਵਿੱਚ ਜਦੋਂ ਇੱਕ ਵਾਰੀ ਹੋਇਆ ਵੀ ਸ਼ਾਇਦ ਅਸੀਂ ਕੋਈ ਇਹੋ ਜਿਹਾ ਡਿਸੀਜਨ ਲੈ ਬੈਠੇ ਹਾਂ ਜਿਹਨੂੰ ਕਿਸਾਨ ਸਮਝਣ 'ਚ ਸਫਲ ਨਹੀਂ ਹੋਏ, ਜਾਂ ਸ਼ਾਇਦ ਉਹ ਚੀਜ਼ ਉਹਨਾਂ ਲਈ ਅੱਜ ਦੀ ਘੜੀ ਚੰਗੀ ਨਹੀਂ ਹੈ। ਅੱਛਾ, ਉਹ ਫਿਰ ਤੁਸੀਂ ਸਡਨਲੀ ਉਹਨਾਂ ਨੇ ਕਈ ਚੀਜ਼ਾਂ ਹੋਰ ਜਿਹੜੀਆਂ ਕੋਵਿਡ ਕਰਕੇ ਕਰਤਾਰਪੁਰ ਕੋਰੀਡੋਰ ਬੰਦ ਸੀ, ਉਹ ਖੋਲ੍ਹ ਦਿੱਤਾ ਥੋੜ੍ਹੇ ਦਿਨ ਪਹਿਲਾਂ। ਉਸ ਤੋਂ ਬਾਅਦ ਜਿਸ ਦਿਨ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਸੀ, 16 ਨਵੰਬਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ। 19 ਨਵੰਬਰ ਸੀ ਸ਼ਾਇਦ। ਅੱਛਾ, 18 ਨਵੰਬਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ। ਤੇ उस दिन सडनली प्राइम मिनिस्टर साहब ने अनाउंस किया कि हम उनको विड्रॉ करते हैं और मैं क्षमा याचना करता हूं कि किसानों को हमारी तरफ से तकलीफ हुई हो। तो बाद धरना कुछ दिन चलिया, मगर जो किसानों ने समझ लिया कि विड्रॉ हो गया, वो धरना भी खत्म कर। एक दिन पहला तुहाडी गल हुई सी कि प्रधानमंत्री नहीं नहीं ना 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 मेरी किसी भी गल नहीं हुई। और ਤੁਹਾਨੂੰ ਕਦੋਂ ਪਤਾ ਲੱਗਾ ਕਿ ਇਹ ਵਿਡਰੋ ਹੋਣ ਵਾਲੇ ਨੇ? ਨਹੀਂ, ਮੈਂ ਤੇ ਦੇਖੋ ਆਪਣਾ ਵੱਖਰੇ ਜਦੋਂ ਡਿਸਕਸ਼ਨ ਹੁੰਦੀਆਂ ਸੀ, ਇਟ ਵਾਜ਼ ਐਟ ਏ ਪਾਰਟੀ ਲੈਵਲ। ਕੋਈ ਉਹਦੇ 'ਚ ਮਤਲਬ ਮੇਰਾ ਕਿਸੇ VIP ਜਾਂ ਕਿਸੇ ਹੋਰ ਹਸਤੀ ਨਾਲ ਡਾਇਰੈਕਟ ਕਮਿਊਨੀਕੇਸ਼ਨ ਨਹੀਂ ਸੀ। ਹਾਂ, ਇੰਨਾ ਜ਼ਰੂਰ ਸੀ ਕਿ ਡਿਸਕਸ਼ਨਸ ਦੇ ਅੰਦਰ ਆਈ ਟਰਾਈ ਟੂ ਪ੍ਰੋਜੈਕਟ ਦ ਐਂਗਲਸ ਦੈਟ ਆਈ ਥਾਟ ਵਰ ਕਰੈਕਟ ਫॉर द फार्मर्स ਐਜ਼ ਵੈਲ ਐਜ਼ ਫॉर द ਕੰਟਰੀ। ਉਹ ਫਿਰ ਜਦੋਂ ਪ੍ਰਧਾਨ ਮੰਤਰੀ ਜੀ ਨੇ ਵਿਡਰॉ ਕੀਤਾ ਤੇ ਉਸ ਤੋਂ ਬਾਅਦ ਹਾਲਾਤ ਬਿਲਕੁਲ ਨਾਰਮਲ ਹੋ ਗਏ। ਔਰ ਉਸ ਤੋਂ ਬਾਅਦ ਮੇਰੇ ਦੇਖਣ 'ਚ ਆਇਆ, ਅੱਛਾ ਦੇਖੋ ਮੈਂ ਪੋਲੀਟੀਕਲ ਬੰਦਾ ਨਹੀਂ ਸਾਂ, ਪਰ ਜਦੋਂ ਮੈਨੂੰ ਇਹਨਾਂ ਡਿਸਕਸ਼ਨਸ ਦੇ ਅੰਦਰ ਜਿਹੜੇ ਲੈਵਲ ਦੇ ਉੱਤੇ ਮੈਂ ਡਿਸਕਸ ਕਰ ਰਿਹਾ ਸੀ, ਉਹਦੇ 'ਚ ਕਈ ਬੜੇ ਉਹਨਾਂ ਦੇ ਸੀਜ਼ਨਡ ਪੁਰਾਣੇ ਲੀਡਰ ਹੈਗੇ ਸੀ। ਉਹ ਇੱਕ ਦਿਨ ਮੈਨੂੰ ਕਹਿਣ ਲੱਗੇ ਕਿ ਆਪ ਹਮਾਰੇ साथ क्यों नहीं आ जाते पॉलिटिकली। अच्छा, मैं दस्या जी कि मैं पॉलिटिकल बंदा नहीं हाँ, तो मगर जैसे अभी ये इशू चल रहा है, अगर इसका कोई समाधान कारक हल निकल आएगा। ਤੁਹਾਨੂੰ ਪਾਰਟੀ 'ਚ ਸ਼ਾਮਲ ਕਰਾਉਣ ਤੋਂ ਪਹਿਲਾਂ ਹੀ ਤੁਹਾਡੀ ਸਲਾਹ ਲੈਣ ਲੱਗ ਪਏ ਸੀ ਇਸ ਇਸ਼ੂ ਨੂੰ ਲੈ ਕੇ? ਨਹੀਂ, ਡਿਸਕਸ਼ਨਸ ਚੱਲਦੀਆਂ ਸੀ। ਤੇ ਦੇਖੋ ਕੋਈ ਵੀ ਜੇਕਰ ਇਸ਼ੂ ਰਿਜ਼ੋਲਵ ਹੋ ਸਕਦਾ ਉਹਦੇ 'ਚ ਕੋਈ ਐਡਵਾਈਜ਼ਰੀ ਰੋਲ ਦਿੱਤਾ ਜਾ ਸਕਦਾ ਤੇ ਵਾਈ ਨਾਟ ਹੈਲਪ ਇਟ। ਉਹਦੇ ਅੰਦਰ ਫਿਰ ਜਦੋਂ ਮੇਰਾ ਬੜਾ ਮਾਰਜਨਲ ਰੋਲ ਸੀ, ਮੈਂ ਉਸਨੂੰ ਬਹੁਤ ਛੋਟਾ ਜਿਹਾ ਰੋਲ ਸਮਝ ਗਿਆ। ਪਰ ਹੁਣ ਉਸ ਤੋਂ ਬਾਅਦ ਇਹ ਗੱਲ ਨਿਕਲ ਕੇ ਆਉਂਦੀ ਹੈ, ਆਮ ਤੌਰ ਤੇ ਗੱਲਾਂ ਇਹ ਚੱਲਦੀ ਰਹੀਆਂ, ਮਾਹੌਲ ਵੀ ਇਸ ਤਰ੍ਹਾਂ ਦਾ ਹੈ। ਵਿਰੋਧੀ ਤੁਹਾਡੇ ਪਾਰਟੀਆਂ ਦੇ, ਤੁਹਾਡੀ ਪਾਰਟੀ ਦੇ ਜਿਹੜੇ ਹੋਰ ਪਾਰਟੀਆਂ ਦੇ ਲੀਡਰ ਨੇ, ਉਹ ਕਹਿੰਦੇ ਨੇ ਕਿ ਵਿਤਕਰਾ ਕਰਦੀ ਹੈ ਕੇਂਦਰ ਸਰਕਾਰ, BJP ਪੰਜਾਬ ਦੇ ਨਾਲ ਵਿਤਕਰਾ ਕਰਦੀ ਹੈ। ਔਰ ਕਿਤੇ ਨਾ ਕਿਤੇ ਜਿਹੜੇ ਖੇਤੀ ਕਾਨੂੰਨ ਵਾਪਸ ਲੈਣੇ ਪਏ, ਉਹਨੂੰ ਲੈ ਕੇ ਕਿਤੇ ਪ੍ਰਧਾਨ ਮੰਤਰੀ ਮੋਦੀ ਨਾਰਾਜ਼ ਵੀ ਨੇ ਤੇ ਪੰਜਾਬ ਨਾਲ ਕਿਸੇ ਨਾ ਕਿਸੇ ਤਰ੍ਹਾਂ ਬਦਲਾ ਵੀ ਲੈਣਗੇ। ਇਸ ਤਰ੍ਹਾਂ ਦੀਆਂ ਆਮ ਦੀਆਂ ਕੋਈ ਕਹਿ ਦਿੰਦਾ ਗੱਲ, ਇਹ ਮਤਲਬ ਔਨ ਰਿਕਾਰਡ ਤੇ ਨਹੀਂ ਗੱਲਾਂ। ਮੈਂ ਹੀ ਜਾਣਨਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਦੇ ਪ੍ਰਤੀ ਕੀ ਸੋਚ ਹੈ, ਅੱਜ ਦੀ ਡੇਟ ਦੇ ਵਿੱਚ ਕੀ ਸੋਚਦੇ ਨੇ, ਕਿ ਸਿਰਫ ਕੀ ਪੋਲੀਟੀਕਲੀ ਇਸ ਨੂੰ ਇੱਥੇ BJP ਦਾ ਝੰਡਾ ਲਹਿਰਾਉਣਾ ਚਾਹੁੰਦੇ ਨੇ, ਜਾਂ ਫਿਰ ਪੰਜਾਬ ਦੇ ਪ੍ਰਤੀ ਸੋਚ ਉਹਨਾਂ ਦੀ ਪੋਜ਼ਿਟਿਵ ਹੈ ਹੋਰ ਵੀ ਤਰ੍ਹਾਂ? ਦੇਖੋ ਮੈਂ ਜਿੱਥੋਂ ਤੱਕ ਦੇਖਿਆ ਔਰ ਸਮਝਿਆ ਕਿ ਇੱਕ ਬਹੁਤ ਵੱਡਾ ਦਿਲ ਦਿਖਾਇਆ ਉਹਨਾਂ ਨੇ ਜਦੋਂ ਮਾਫੀ ਮੰਗੀ। ਸਾਡੇ ਮੁਲਕ ਦੇ ਵਿੱਚ ਵੱਡੇ ਲੀਡਰ ਅਕਸਰ ਮਾਫੀ ਨਹੀਂ ਮੰਗਦੇ ਹੁੰਦੇ। ਸਾਡੇ ਮੁਲਕ ਦੇ ਵਿੱਚ ਬਲੂ ਸਟਾਰ ਆਪਰੇਸ਼ਨ, ਐਂਟੀ ਸਿੱਖ ਰਾਈਟਸ, ਬੜੀਆਂ ਵੱਡੇ ਹਾਦਸੇ ਹੋਏ, ਕਿਸੇ ਨੇ ਮਾਫੀ ਨਹੀਂ ਮੰਗੀ। ਇੱਥੇ ਇੱਕ ਜੇਕਰ ਇਸ ਤਰ੍ਹਾਂ ਦਾ ਇਸ਼ੂ ਇੱਕ ਆਇਆ, ਇੱਕ ਪ੍ਰਾਈਮ ਮਿਨਿਸਟਰ ਨੇ ਬੜੇ ਫਰਾਖਦਿਲੀ ਨਾਲ ਕਿਹਾ ਮੈਂ ਖਿਮਾ ਯਾਚਨਾ ਕਰਤਾ ਹੂੰ, ਐਂਡ ਹੀ ਐਂਡਡ ਦ ਮੈਟਰ। ਸੋ ਮੇਰੇ ਖਿਆਲ ਦੇ ਵਿੱਚ ਜੋ ਉਹਨਾਂ ਨੇ ਕਿਹਾ ਸੀ ਉਸ ਚੀਜ਼ ਨੂੰ ਪੋਜ਼ਿਟਿਵ ਤਰੀਕੇ ਨਾਲ ਲੈਣਾ ਚਾਹੀਦਾ। ਔਰ ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਵਕਤ ਦੇ ਵਿੱਚ ਵੀ ਚੀਜ਼ਾਂ ਪੋਜ਼ਿਟਿਵ ਰਹਿਣਗੀਆਂ ਔਰ ਚੱਲਣਗੀਆਂ। ਪੰਜਾਬ 'ਚ ਤੁਸੀਂ BJP ਦੀ ਸਥਿਤੀ ਨੂੰ ਫਿਰ ਕਿਵੇਂ ਦੇਖ ਰਹੇ ਹੋ ਇਸ ਵੇਲੇ? ਦੇਖੋ ਮੈਂ ਇਹਦੇ ਅੰਦਰ ਚੇਂਜਿਸ ਆਈਆਂ ਨੇ, ਕਿਉਂਕਿ ਪੰਜਾਬ ਪੋਲੀਟਿਕਸ ਦੇ ਅੰਦਰ
ਪੰਜਾਬ ਦੇ ਅੰਦਰ ਹੈ ਬੜੀ ਦੇਰ ਤੋਂ ਪੁਰਾਣੇ ਅਲਾਈਜ਼ ਅਕਾਲੀਆਂ ਨਾਲ ਚੱਲ ਰਹੇ ਸੀ। ਫਾਰਮਰਸ ਐਜੀਟੇਸ਼ਨ ਦੇ ਵਿੱਚ ਜੋ ਸੁਣਨ ਚ ਆਇਆ ਕਿ ਅਕਾਲੀ ਟੌਪ ਬਰਾਸ ਨੇ ਫਾਰਮਰਸ ਦੇ ਜਿਹੜੇ ਲਾਜ਼ ਬਣੇ ਸੀ ਉਹਦੇ ਉੱਤੇ ਆਪਣੀ ਸਹਿਮਤੀ ਦਰਸਾਈ ਸੀ ਸ਼ੁਰੂ ਦੇ ਵਿੱਚ। ਉਸ ਤੋਂ ਬਾਅਦ ਜਦੋਂ ਇੰਪਲੀਮੈਂਟ ਹੋ ਗਏ ਔਰ ਐਜੀਟੇਸ਼ਨ ਸ਼ੁਰੂ ਹੋ ਗਈਆਂ, ਧਰਨੇ ਸ਼ੁਰੂ ਹੋ ਗਏ, ਉਸ ਵੇਲੇ ਉਹ ਪਿੱਛੇ ਹਟ ਗਏ ਔਰ ਉਹਨਾਂ ਨੇ ਮੇਰਾ ਆਪਣਾ ਖਿਆਲ ਹੈ ਕਿ ਜੇਕਰ ਹਾਂ ਕੀਤੀ ਸੀ, ਕਈ ਵਾਰੀ ਕੰਪਲਸ਼ਨ ਆ ਜਾਂਦੀਆਂ ਨੇ ਪੋਲੀਟੀਕਲ, ਉਹਦੇ 'ਚ ਇੱਕ ਫਰੈਂਡਲੀ ਤਰੀਕੇ ਨਾਲ ਯੂ ਕੈਨ ਪਾਰਟ ਵੇਜ਼, ਤੁਸੀਂ ਵੱਖਰੇ ਹੋ ਸਕਦੇ ਹੋ ਕਿ ਵੀ ਦੇਖੋ ਸਾਡੀ ਮਜਬੂਰੀ ਹੈ। ਤੇ ਉਹਦੇ ਅੰਦਰ ਕੋਈ ਮੇਰਾ ਖਿਆਲ ਮਿਸਅੰਡਰਸਟੈਂਡਿੰਗਸ ਆ ਗਈਆਂ ਜਿਹਦੇ ਕਰਕੇ ਇਹ ਪੁਰਾਣਾ ਅਲਾਇੰਸ ਜਿਹੜਾ ਸੀ ਇਹ ਟੁੱਟ ਗਿਆ। ਔਰ ਸ਼ਾਇਦ ਉਹਦੇ ਅੰਦਰ ਕਈ ਵਾਰੀ ਜਦੋਂ ਤੁਸੀਂ ਇਸ ਤਰ੍ਹਾਂ ਬ੍ਰੇਕ ਆਫ ਕਰੋ ਉਹਦੇ ਅੰਦਰ ਫਿਰ ਮਿਸਅੰਡਰਸਟੈਂਡਿੰਗ, ਗੈਰ ਸਮਝ ਹੋ ਜਾਂਦੀ ਹੈ, ਜਿਹਦੇ ਕਰਕੇ ਦੋਨੋਂ ਪਾਰਟੀਆਂ ਵੱਖਰੇ ਵੱਖਰੇ ਰਸਤੇ 'ਤੇ ਚੱਲ ਪਈਆਂ। ਔਰ 22 ਦੀ ਇਲੈਕਸ਼ਨ ਉਹਨਾਂ ਨੇ ਪਹਿਲੀ ਵਾਰੀ ਵੱਖਰੇ ਵੱਖਰੇ ਹੋ ਕੇ ਲੜੀ। ਬਿਲਕੁਲ। ਔਰ ਦੋਹਾਂ ਨੂੰ ਹੀ ਬੜੇ ਬੁਰੇ ਰਿਜ਼ਲਟ ਦਾ ਸਾਹਮਣਾ ਕਰਨਾ ਪਿਆ। ਬਿਲਕੁਲ। ਤੇ ਉਹ ਮੇਰਾ ਆਪਣਾ ਖਿਆਲ ਹੈ ਕਿ ਜੇ ਇਕੱਠੇ ਰਹੇ ਹੁੰਦੇ ਤੇ ਸ਼ਾਇਦ ਇਹਨਾਂ ਦਾ ਹਾਲਾਤ। ਬੜੀ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਕਿ ਹੁਣ ਇਸ ਵੇਲੇ ਤੁਸੀਂ ਕੀ ਮਹਿਸੂਸ ਕਰਦੇ ਹੋ ਜਦੋਂ ਬੀਜੇਪੀ ਵੀ ਪੂਰੀ ਮਿਹਨਤ ਕਰ ਰਹੀ ਹੈ, ਉਧਰੋਂ ਅਕਾਲੀ ਦਲ ਨੂੰ ਵੀ ਆਪਣਾ ਵਰਚਸਵ ਬਣਾਉਣ ਲਈ ਮਿਹਨਤ ਕਰਨੀ ਪੈ ਰਹੀ ਹੈ, ਕਿ ਹੁਣ ਕਿਸੇ ਇੱਕ ਮੰਚ ਤੇ ਤੁਹਾਡਾ ਤੁਸੀਂ ਮਹਿਸੂਸ ਕਰਦੇ ਹੋ ਕਿ ਅਕਾਲੀ ਬੀਜੇਪੀ ਇਕੱਠੇ ਹੋਣੇ ਚਾਹੀਦੇ ਨੇ? ਨਹੀਂ, ਦੇਖੋ ਇਹਨਾਂ ਦਾ ਜਿਹੜਾ ਪੁਰਾਣਾ ਪਾਸਟ ਹੈ ਉਹਦੇ ਤੋਂ ਜਿਹੜਾ ਤੁਸੀਂ ਕਿਸੇ ਦੇ ਵੀ ਇੰਡੀਵਿਜੂਅਲ ਦੇ ਹੱਥ ਨਹੀਂ, ਇੱਕ ਗੈਰ ਸਮਝ ਔਰ ਇੱਕ ਖਾਈ ਬਣੀ ਹੋਈ ਹੈ, ਉਹ ਵਕਤ ਦੇ ਨਾਲ ਭਰਦੀ ਹੈ ਜਾਂ ਨਹੀਂ, ਇਹ ਦੇਖਣਾ ਪਏਗਾ। ਪਰ ਤੁਸੀਂ ਹੁਣ ਕਈ ਵਾਰੀ ਪੋਲੀਟੀਕਲ ਅੰਡਰਸਟੈਂਡਿੰਗ ਹੁੰਦੀਆਂ ਨੇ। ਦੇਖੋ ਮੈਂ ਤੁਹਾਨੂੰ ਦੱਸਿਆ ਮੈਂ ਬਹੁਤਾ ਜ਼ਿਆਦਾ ਡੀਪ ਪੋਲੀਟੀਸ਼ੀਅਨ ਨਹੀਂ ਹਾਂ, ਤੇ ਸ਼ਾਇਦ ਤੁਸੀਂ ਇੱਕ ਗਲਤ ਬੰਦੇ ਨੂੰ ਇਹ ਸਵਾਲ ਪੁੱਛ ਰਹੇ ਹੋ। ਨਹੀਂ, ਮੈਨੂੰ ਲੱਗਦਾ ਸਹੀ ਬੰਦਾ, ਕਿਉਂਕਿ ਜੇ ਡੀਪ ਪੋਲੀਟੀਸ਼ੀਅਨ ਉਹ ਛੁਪਾ ਸਕਦੇ ਨੇ। ਨਹੀਂ, ਮੈਂ ਨਹੀਂ ਪੁੱਛ ਰਿਹਾ ਕਿ ਪਾਰਟੀ ਕੀ ਚਾਹੁੰਦੀ, ਮੈਂ ਚਾਹੁੰਦਾ ਕਿ ਤੁਹਾਡੀ ਪਰਸਨਲ ਰਾਏ ਕੀ ਹੈ। ਨਹੀਂ, ਦੇਖੋ ਮੇਰੀ ਪਰਸਨਲ ਰਾਏ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਜਦੋਂ ਵੀ ਪਾਵਰ 'ਚ ਲਿਆਂਦਾ ਇਕੱਠਿਆਂ ਨੂੰ ਲਿਆਂਦਾ ਹੈ, ਵੱਖਰੇ ਵੱਖਰੇ। ਪਹਿਲਾਂ ਵੀ ਆਪਾਂ ਵੀ ਮਹਿਸੂਸ ਕਰਦੇ ਹਾਂ ਬਤੌਰ ਜਰਨਲਿਸਟ ਕਿ ਸ਼ਹਿਰਾਂ ਦੇ ਵਿੱਚ ਬੀਜੇਪੀ ਦਾ ਕਾਡਰ ਹੈ, ਪਿੰਡਾਂ 'ਚ ਬੀਜੇਪੀ ਨੂੰ ਰਿਸਪੌਂਸ ਨਹੀਂ ਮਿਲ ਰਿਹਾ। ਅਕਾਲੀ ਦਲ ਪਿੰਡਾਂ 'ਚ ਠੀਕ ਕਰ ਰਹੀ ਹੈ ਤੇ ਸ਼ਹਿਰਾਂ 'ਚ ਨਹੀਂ ਰਿਸਪੌਂਸ ਮਿਲਦਾ। ਇਹਨਾਂ ਦੀ ਸਕਸੈਸ ਦਾ ਮੰਤਰ ਕੀ ਸੀ? ਉਸੇ ਬੀਜੇਪੀ ਇੱਕ ਸ਼ਹਿਰੀ ਬੇਸ ਵਾਲੀ ਪਾਰਟੀ ਸੀ, ਅਕਾਲੀ ਦਲ ਇੱਕ ਪਿੰਡੂ ਬੇਸ ਵਾਲੀ ਪਾਰਟੀ ਸੀ। ਜਦੋਂ ਤੱਕ ਵੱਖਰੇ ਵੱਖਰੇ ਲੜਦੇ ਰਹੇ ਦੋਨਾਂ ਦੇ ਪੱਲੇ ਕੁਝ ਨਹੀਂ ਪਿਆ। ਜਦੋਂ ਦੋਨੋਂ ਇਕੱਠੇ ਹੋ ਗਏ ਔਰ ਸ਼ਹਿਰੀ ਤੇ ਪਿੰਡੂ ਬੇਸ ਇਕੱਠੇ ਹੋ ਗਏ ਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਇਹ ਪਾਵਰ 'ਚ ਆਉਣ ਲੱਗ ਪਏ। ਔਰ ਉਸ ਤੋਂ ਬਾਅਦ ਮਤਲਬ ਰੈਗੂਲਰਲੀ ਆਇਆ ਕਾਂਗਰਸ ਨਾਲ, ਇੱਕ ਵਾਰੀ ਉਹ ਤੇ ਇੱਕ ਵਾਰੀ ਉਹ, ਇਸ ਤਰ੍ਹਾਂ ਚੱਲਦਾ ਰਿਹਾ। ਔਰ ਦੋਨਾਂ ਦਾ ਐਕਸਪੀਰੀਅੰਸ ਬੜਾ ਅੱਛਾ ਸੀ। ਹਾਂ, ਉਹਦੇ 'ਚ ਮੈਨੂੰ ਇੱਕੋ ਚੀਜ਼ ਜਿਹੜੀ ਥੋੜ੍ਹੀ ਜਿਹੀ ਅਜੀਬ ਮਹਿਸੂਸ ਹੋਈ ਉਹ ਇਹ ਸੀ ਵੀ ਰੀਜਨਲ ਤੁਸੀਂ ਪੰਜਾਬ 'ਚ ਅੱਤਵਾਦ ਬੜੀ ਦੇਰ ਤੱਕ ਰਿਹਾ, ਉਹਦਾ ਕਈ ਵਾਰੀ ਰੀਜਨਲ ਪਾਰਟੀਆਂ ਫਾਇਦਾ ਉਠਾ ਜਾਂਦੀਆਂ ਕਿ ਜੀ ਅਸੀਂ ਵੱਡੇ ਭਰਾ ਹਾਂ, ਤੁਸੀਂ ਛੋਟੇ। ਤਾਂ ਨੈਸ਼ਨਲ ਪਾਰਟੀ 24 ਸੀਟਾਂ ਜਾਂ 23 ਸੀਟਾਂ ਲੜ ਰਹੀ ਸੀ, ਰੀਜਨਲ ਪਾਰਟੀ 94 ਜਾਂ 93 ਲੜ ਰਹੀ ਸੀ। ਉਹ ਇੱਕ ਅਨੈਮਲੀ ਸੀ ਜਿਹੜੀ ਰਹੀ। ਬਟ ਇਹਨਾਂ ਦਾ ਜਿਹੜਾ ਆਪਸ ਦੇ ਵਿੱਚ ਅਲਾਇੰਸ ਸੀ ਉਹ ਬੜਾ ਚੰਗਾ ਚੱਲਿਆ। ਮੈਨੂੰ ਲੱਗਦਾ ਇਹ 'ਚ ਕੋਈ ਇਤਫਾਕ ਨਹੀਂ ਹੋਊਗਾ ਕਿ ਤੁਸੀਂ ਜਿਸ ਤਰ੍ਹਾਂ ਮੇਰੇ ਨਾਲ ਇਹ ਗੱਲ ਕਰ ਰਹੇ ਹੋ ਇਹ ਆਪਣੀ ਪਾਰਟੀ 'ਚ ਵੀ ਡਿਸਕਸ ਕਰਦੇ ਹੀ ਹੋਵੋਗੇ ਕਿ ਨਹੀਂ, ਹਾਲੇ ਉਹ ਸਮਾਂ ਨਹੀਂ ਆਇਆ। ਮਤਲਬ ਕਿਉਂਕਿ ਹਾਲੇ ਇਲੈਕਸ਼ਨਾਂ ਕੋਈ ਨੇੜੇ ਨਹੀਂ ਨੇ। ਤੇ ਮੇਰਾ ਆਪਣਾ ਖਿਆਲ ਹੈ ਕਿ ਜਦੋਂ ਐਪਰੋਪਰੀਏਟ ਟਾਈਮ ਆਏਗਾ ਹੋ ਸਕਦਾ ਉਹ ਇਸ਼ੂਜ਼ ਰੇਜ਼ ਹੋਣ। ਅੱਜ ਦੀ ਘੜੀ ਇਹ ਇਸ਼ੂ ਨਹੀਂ ਹੈ ਪਾਰਟੀ ਦੇ ਸਾਹਮਣੇ। ਮੈਂ ਕਿਉਂਕਿ ਕਾਫੀ ਦਿਨੋਂ ਤੋਂ ਬਾਕੀ ਬੀਜੇਪੀ ਦੇ ਜਿਹਨਾਂ ਨੇ ਵੀ ਲੋਕਾਂ ਨਾਲ ਇੰਟਰਵਿਊ ਕੀਤੇ ਉਹ ਤਾਂ ਕਹਿੰਦੇ ਕਿ ਨਹੀਂ ਹੁਣ ਆਪਾਂ ਇਕੱਲੇ ਹੀ ਲੜਨਾ, ਹੁਣ ਤਾਂ ਆਪਾਂ ਤੈਅ ਕਰ ਲਿਆ। ਨਹੀਂ, ਤੁਸੀਂ ਕਿਉਂਕਿ ਤੁਹਾਡਾ ਤਜਰਬਾ ਬਹੁਤ ਜ਼ਿਆਦਾ, ਤੁਸੀਂ ਮੈਨੂੰ ਲੱਗਦਾ ਕਿ ਤਜਰਬੇ ਦੇ ਮੁਤਾਬਕ ਬੋਲ ਰਹੇ ਹੋ ਕਿ ਇਹ ਇਕੱਠੇ ਹੋਣਾ। ਮੈਂ ਦੇਖੋ ਕੀ ਹੁੰਦਾ, ਦੋਜ਼ ਹੂ ਡੂ ਫੇਲ ਟੂ ਲਰਨ ਫਰਮ ਹਿਸਟਰੀ ਆਰ ਡੂਮ ਟੂ ਰਿਪੀਟ ਇਟ। ਤੇ ਇਤਿਹਾਸਕ ਗਲਤੀਆਂ ਦੁਹਰਾਈ ਦੀਆਂ ਨਹੀਂ ਹੁੰਦੀਆਂ, ਇਤਿਹਾਸ ਤੋਂ ਸਬਕ ਲਈਦਾ ਔਰ ਆਪਣਾ ਫਿਊਚਰ ਉਹਦੇ ਮੁਤਾਬਕ ਚਲਾਈਦਾ। ਤੇ ਮੇਰਾ ਆਪਣਾ ਖਿਆਲ ਹੈ ਕਿ ਜਿਹੜਾ ਬੀਜੇਪੀ ਜਿਸ ਤਰ੍ਹਾਂ ਅੱਜ ਚੱਲ ਰਹੀ ਹੈ ਪੰਜਾਬ ਦੇ ਅੰਦਰ, ਆਪਣਾ ਹੋਲਡ ਬਣਾ ਰਹੀ ਹੈ, ਇਹ ਇੱਕ ਚੰਗਾ ਸਟੈਪ ਹੈ। ਪਹਿਲਾਂ ਬੀਜੇਪੀ ਬਹੁਤਾ ਪਿੰਡਾਂ 'ਚ ਨਹੀਂ ਸੀ ਫਿਰ ਰਹੀ। ਅੱਛਾ, ਔਰ ਇੱਕ ਹਿੰਦੂ ਆਈਡੈਂਟੀਟੀ ਬਣੀ ਹੋਈ ਸੀ, ਉਹ ਬਣੀ ਹੋਈ ਸੀ, ਉਹ ਚੀਜ਼ ਨਹੀਂ ਹੈ। ਤੁਸੀਂ ਉਹਦੇ ਅੰਦਰ ਦੇਖੋ ਕਿ ਬਹੁਤ ਜ਼ਿਆਦਾ ਸਿੱਖ ਔਰ ਪਗੜੀਧਾਰੀ ਵੀ ਉਹਦੇ ਮੈਂਬਰ ਬਣ ਚੁੱਕੇ ਨੇ। ਤੁਸੀਂ ਆ ਗਏ, ਹੋਰ ਬਹੁਤ ਸਾਰੇ ਲੀਡਰਸ ਜਿਹੜੇ ਨੇ ਪਗੜੀਧਾਰੀ। ਹਾਂਜੀ। ਤੇ ਦੂਸਰਾ ਉਹ ਜਦੋਂ
ਤੁਸੀਂ ਹੈਰਾਨ ਹੋ ਗਏ, ਮੈਂ ਬੜਾ ਹੈਰਾਨ ਹੋਇਆ। ਮੈਂ ਜਦੋਂ ਅਕਾਲੀ ਇਹਨਾਂ ਦੇ ਫੰਕਸ਼ਨ ਇਕੱਠੇ ਹੁੰਦੇ ਸੀ, ਮੈਂ ਜਕਾਰੇ ਸੁਣੇ ਸੀ। ਅੱਛਾ, ਮੈਂ ਹੁਣ ਕਈ ਵਾਰੀ ਦੇਖਿਆ ਇਹਨਾਂ ਦੇ ਬੀਜੇਪੀ ਦੇ ਫੰਕਸ਼ਨ ਦੇ ਵਿੱਚ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਉਹ ਜਕਾਰੇ ਛੱਡੇ ਜਾਂਦੇ ਆ। ਮਤਲਬ ਇਟ ਇਜ਼ ਏ ਪਲੇਜ਼ੈਂਟ ਸੁਭਾਵਿਕ ਜੀ ਗੱਲ ਹੈ ਕਿ ਜਦੋਂ ਲੀਡਰਸ ਸਿੱਖ ਲੀਡਰ ਬਹੁਤ ਸਾਰੇ ਆ ਗਏ, ਉਹਦੇ ਅੰਦਰ ਇੱਕ ਬੀਜੇਪੀ ਦਾ ਜਿਹੜਾ ਇੱਕ ਪੁਰਾਣਾ ਇਮੇਜ ਹਿੰਦੂ ਪਾਰਟੀ ਦਾ ਸੀ, ਉਹ ਬਦਲ ਕੇ ਇੱਕ ਸੈਕੂਲਰ ਪਾਰਟੀ ਦਾ ਬਣ ਰਿਹਾ ਹੈ। ਨੰਬਰ 1। ਨੰਬਰ 2, ਬੀਜੇਪੀ ਨੇ ਸਮਝ ਲਿਆ ਕਿ ਇਹਦਾ ਜਿਹੜਾ ਰੋਲ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਹੈ, ਉਹ ਵੱਡਾ ਹੋਣਾ ਚਾਹੀਦਾ ਹੈ। ਔਰ ਪਾਰਟੀ ਨੂੰ ਸ਼ਹਿਰਾਂ ਦੇ ਵਿੱਚੋਂ ਨਿਕਲ ਕੇ ਪੇਂਡੂ ਇਲਾਕਿਆਂ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਉਹਦੇ ਅੰਦਰ ਜਦੋਂ ਜਾਓ ਤੇ ਬਹੁਤ ਵਾਰੀ ਮੈਂ ਦੇਖਿਆ ਕਿ ਪਿੰਡਾਂ ਦੇ ਲੋਕ ਜਿਹੜੇ, ਤੁਸੀਂ ਕਿਸਾਨ ਐਜੀਟੇਸ਼ਨ ਕਰਕੇ ਥੋੜੀ ਜਿਹੀ ਕੁੜੱਤਣ ਹੈਗੀ ਸੀ ਸੰਬੰਧਾਂ 'ਚ, ਉਹ ਘਟ ਗਈ ਹੈ ਹੁਣ ਬਹੁਤ ਹੱਦ ਤੱਕ। ਔਰ ਸਾਨੂੰ ਮਤਲਬ ਪਾਰਟੀ ਨੂੰ ਪਿੰਡਾਂ ਦੇ ਲੋਕ ਐਕਸੈਪਟ ਕਰਨ ਲੱਗ ਪਏ ਨੇ। ਔਰ ਪਰ ਜਿਹੜੀ ਤੁਸੀਂ ਕੋਸ਼ਿਸ਼ ਦੀ ਗੱਲ ਕਰ ਰਹੇ ਹੋ, ਕਾਂਗਰਸ ਤੋਂ ਬੀਜੇਪੀ 'ਚ ਆਏ ਰਾਣਾ ਗੁਰਮੀਤ ਸੋਢੀ, ਫਤਿਹ ਜੰਗ ਬਾਜਵਾ, ਉਹਨਾਂ ਨਾਲ ਮੈਂ ਇੰਟਰਵਿਊ ਕੀਤਾ, ਉਹ ਕਹਿੰਦੇ ਕਿ ਜੇ ਬੀਜੇਪੀ ਨੇ ਗਰੋ ਕਰਨਾ ਹੈ ਤੇ ਇੱਕ ਸਿੱਖ ਲੀਡਰ ਯਾਨੀ ਕਿ ਸਿੱਖ ਪ੍ਰਧਾਨ, ਦਸਤਾਰਧਾਰੀ, ਮਤਲਬ ਜਿਨ੍ਹਾਂ ਨੇ ਟਰਬਨ ਬੰਨ੍ਹਦੇ ਹੋਣ, ਉਹ ਪ੍ਰਧਾਨ ਅੱਗੇ ਆਉਣੇ ਚਾਹੀਦੇ ਨੇ, ਉਹਨਾਂ ਨੂੰ ਪ੍ਰਧਾਨ ਬਣਾਉਣਾ ਚਾਹੀਦਾ, ਉਹਨਾਂ ਨੂੰ ਲੀਡਰ ਬਣਾਉਣਾ ਚਾਹੀਦਾ, ਤਾਂ ਬੀਜੇਪੀ ਗਰੋ ਕਰ ਪਾਏਗੀ। ਤੁਸੀਂ ਕੀ ਸੋਚਦੇ ਹੋ? ਨਹੀਂ, ਦੇਖੋ ਮੈਂ ਇਸ ਦੇ ਉੱਤੇ, ਕਿਉਂਕਿ ਪਹਿਲਾਂ ਵੀ ਦਇਆ ਸਿੰਘ ਸੋਢੀ ਉਰੀ ਬੀਜੇਪੀ ਦਾ ਪ੍ਰਧਾਨ ਰਹੇ ਨੇ ਪੰਜਾਬ ਦੇ ਵਿੱਚ, ਤੇ ਮਤਲਬ ਇਹ ਮੇਰੇ ਖਿਆਲ ਦੇ ਵਿੱਚ ਇਹ ਕੋਈ ਐਸੈਂਸ਼ੀਅਲ ਨਹੀਂ ਹੈ ਤੁਸੀਂ, ਪਰ ਜਿਸ ਤਰ੍ਹਾਂ ਪਾਰਟੀ ਦੇ ਵਿੱਚ ਚੇਂਜਸ ਆ ਰਹੀਆਂ ਨੇ, ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਵਕਤ ਦੇ ਵਿੱਚ ਹੁਣ ਵੀ ਇਹਨਾਂ ਦੇ ਬਹੁਤ ਸਾਰੇ ਇੰਪੋਰਟੈਂਟ ਅਹੁਦਿਆਂ ਦੇ ਉੱਤੇ ਸਿੱਖ ਲੀਡਰਸ ਜਿਹੜੇ ਨੇ ਉਹ ਕੰਮ ਕਰ ਰਹੇ ਨੇ। ਤੇ ਮੈਨੂੰ ਮਤਲਬ ਉਹਦੇ 'ਚ ਕੋਈ ਐਸੈਂਸ਼ੀਅਲ ਨਹੀਂ ਲੱਗਦਾ, ਬਟ ਜਿਸ ਤਰ੍ਹਾਂ ਹਾਲਾਤ ਚੱਲ ਰਹੇ ਨੇ, ਤੇ ਮੈਨੂੰ ਇਹ ਯਕੀਨ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਹੋਰ ਸਿੱਖ ਲੀਡਰ ਵੀ ਪਾਰਟੀ ਦੇ ਅੰਦਰ ਐਡਜਸਟ ਹੋ ਜਾਣਗੇ। ਵਿਰਕ ਸਾਹਿਬ, ਪੰਜਾਬ ਦੀ ਜੋ ਸਥਿਤੀ ਬਣੀ ਹੈ ਲਾਅ ਐਂਡ ਆਰਡਰ ਨੂੰ ਲੈ ਕੇ, ਜਾਂ ਅੰਮ੍ਰਿਤਪਾਲ ਦਾ ਜਿਹੜਾ ਇਸ਼ੂ ਹੈ, ਤੁਸੀਂ ਡੀਜੀਪੀ ਰਹੇ ਹੋ, ਤੁਸੀਂ 1984 ਦੇ ਵਿੱਚ ਪੰਜਾਬ 'ਚ ਆਉਂਦੇ ਹੋ, ਤੁਸੀਂ ਬਖੂਬੀ ਇਸ ਸਾਰੀ ਸਥਿਤੀ ਨੂੰ ਜਾਣਦੇ ਹੋ। ਔਰ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਦੋਵਾਂ ਸਰਕਾਰਾਂ ਦੇ ਲਈ ਇੱਕ ਬੜੀ ਵੱਡੀ ਚੁਣੌਤੀ ਬਣਿਆ ਹੋਇਆ ਸੀਗਾ ਅੰਮ੍ਰਿਤਪਾਲ ਇਸ਼ੂ, ਜਾਂ ਮੈਂ ਕਹਾਂ ਕਿ ਖਾਲਿਸਤਾਨ ਇਸ਼ੂ ਪਨਪ ਕਿਵੇਂ ਗਿਆ, ਜਦੋਂ ਅੱਜ ਤੋਂ ਕੁਝ ਸਾਲਾਂ ਪਹਿਲਾਂ ਜਾਂ 7-8 ਸਾਲ ਪਹਿਲਾਂ ਤੱਕ ਖਾਲਿਸਤਾਨ ਵਰਡ ਵੀ ਮੈਨੂੰ ਲੱਗਦਾ ਕਿ ਬੈਨ ਸੀਗਾ, ਯੂਜ਼ ਵੀ ਨਹੀਂ ਹੋ ਪਾ ਰਿਹਾ ਸੀਗਾ। ਇਹੋ ਜਿਹੀ ਸਥਿਤੀ ਪੰਜਾਬ 'ਚ ਬਣ ਗਈ ਹੈ, ਕਿਉਂ ਬਣੀ, ਔਰ ਜੇ ਬਣ ਗਈ ਹੈ ਤਾਂ ਕਿੰਨੀ ਕੁ ਸੈਂਸਿਟਿਵ ਤੁਸੀਂ ਇਸ ਨੂੰ ਸਮਝਦੇ ਹੋ? ਮੈਨੂੰ ਇੱਕ ਚੀਜ਼ ਦੱਸਿਓ, ਅੱਜ ਤੱਕ ਕੋਈ ਪੋਲੀਟੀਕਲ ਇਸ਼ੂ ਲਈ ਕਿਸੇ ਨੇ ਨਾਰਾ ਮਾਰਿਆ? ਕੋਈ ਨਹੀਂ ਮਾਰਿਆ। ਤੁਸੀਂ ਆਪਾਂ ਚੀਜ਼ਾਂ ਨੂੰ ਇਮੈਜਿਨ ਕਰਨਾ ਛੱਡ ਦਈਏ ਵੀ ਉਹ ਅੰਮ੍ਰਿਤਪਾਲ ਹੈ ਤੇ ਉਹ ਖਾਲਿਸਤਾਨ। ਤੁਸੀਂ ਜੇ ਖਾਲਿਸਤਾਨ 'ਤੇ ਸਵਾਲ ਪੁੱਛੋਗੇ ਤੇ ਅਗਲਾ ਖਾਲਿਸਤਾਨ ਦੀ ਗੱਲ ਕਰੇਗਾ। ਉਹ ਆਪਣੇ ਆਪ ਖਾਲਿਸਤਾਨ ਦੀ ਮੰਗ ਨਹੀਂ ਸ਼ੁਰੂ ਕੀਤੀ ਉਹਨੇ, ਜਦੋਂ ਸਵਾਲ ਪੁੱਛਦੇ ਹੋ ਫਿਰ ਉਹ ਖਾਲਿਸਤਾਨ 'ਤੇ ਬੋਲਦਾ ਹੈ। ਤੇ ਮੇਰਾ ਖਿਆਲ ਹੈ ਕਿ ਉਹ ਮੀਡੀਆ ਨੂੰ ਉਹ ਜਿਹੇ ਸਵਾਲ ਨਹੀਂ ਪੁੱਛਣੇ ਚਾਹੀਦੇ। ਔਰ ਮੀਡੀਆ, ਚਲੋ ਮੀਡੀਆ ਸਵਾਲ ਨਹੀਂ ਪੁੱਛੂਗੀ ਵੀਰ ਸਾਹਿਬ, ਸੋਸ਼ਲ ਮੀਡੀਆ ਜਿਹੜੇ ਏਜੰਡੇ, ਜਿਹੜੇ ਜਥੇਬੰਦੀਆਂ ਉਹ ਬਣਾਉਂਦੇ ਨੇ, ਜਥੇਬੰਦੀਆਂ ਜਦੋਂ ਇਕੱਠੇ ਮੀਟਿੰਗਾਂ ਕਰਦੇ ਨੇ ਉਹਦੇ 'ਚ ਉਹ ਏਜੰਡੇ ਰੱਖ ਦਿੰਦੇ ਨੇ। ਕੀ ਏਜੰਸੀਜ਼ ਫੇਲ ਹੋਈਆਂ ਉਸ ਇਸ਼ੂ ਨੂੰ ਰੋਕਣ ਲਈ? ਏਜੰਸੀਜ਼ ਨਹੀਂ ਦੇਖ ਪਾਈਆਂ ਕਿ ਇੰਨਾ ਸੈਂਸਿਟਿਵ ਇਸ਼ੂ ਪਨਪ ਰਿਹਾ? ਜਿੱਥੇ ਵੀ ਕੋਈ ਕਾਨੂੰਨ ਤੋੜਦਾ ਹੈ, ਜਿੱਥੇ ਵੀ ਕੋਈ ਮੁਲਕ ਦੇ ਸੰਵਿਧਾਨ ਜਾਂ ਮੁਲਕ ਦੇ ਵਿੱਚ ਅਰਾਜਕਤਾ ਮਚਾਉਣ ਵਾਲੇ ਲੈਕਚਰ ਦਿੰਦਾ ਹੈ, ਉੱਥੇ ਕਾਨੂੰਨ ਹੈ, ਉਹ ਕੇਸ ਰਜਿਸਟਰ ਕਰੋ। ਪਰ ਵਿਰਕ ਸਾਹਿਬ, ਮੈਂ ਬਤੌਰ, ਤੁਸੀਂ ਸਾਬਕਾ ਅਫਸਰ ਮੈਨੂੰ ਇਹ ਗੱਲ ਦੱਸ ਸਕਦੇ ਹੋ ਕਿ ਜਦੋਂ ਕੋਈ ਹਾਲਾਤ ਮਾੜੇ ਹੋ ਗਏ ਉਦੋਂ ਤਾਂ ਤੁਸੀਂ ਪਰਚਾ ਦਰਜ ਕਰ ਸਕਦੇ ਹੋ, ਉਦੋਂ ਕਾਰਵਾਈਆਂ ਕਰ ਸਕਦੇ ਹੋ। ਜਦੋਂ ਕਾਰਵਾਈਆਂ ਕੀਤੀਆਂ ਤੁਸੀਂ ਦੇਖਿਆ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਤੱਕ ਇਹ ਕਹਿ ਰਹੇ ਨੇ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਿੰਡਾਂ ਦੇ ਵਿੱਚ ਵਿਰੋਧ ਹੋ ਰਿਹਾ ਹੈ। ਮੇਰਾ ਹੀ ਸਵਾਲ ਹੈ ਕਿ ਕੀ ਇਸ ਇਸ਼ੂ ਨੂੰ ਪਨਪ ਤੋਂ ਰੋਕਿਆ ਜਾ ਸਕਦਾ ਸੀਗਾ? ਜਦੋਂ 1984 ਦੀ ਸਥਿਤੀ ਆਪਾਂ ਦੇਖ ਚੁੱਕੇ ਹਾਂ, ਜਦੋਂ ਅੱਤਵਾਦ ਆਪਾਂ ਦੇਖ ਚੁੱਕੇ ਪਹਿਲਾਂ ਹੀ, ਤਾਂ ਉਹ ਸਥਿਤੀ ਬਣ ਕਿਉਂ ਗਈ ਸੀਗੀ ਪੰਜਾਬ 'ਚ? ਦੇਖੋ, ਕਦੇ ਵੀ ਸਥਿਤੀ ਨੂੰ ਵਿਗੜਨ ਨਹੀਂ ਦੇਣਾ ਚਾਹੀਦਾ। ਜਿਸ ਵੇਲੇ ਕੋਈ ਗਲਤੀ ਕਰਦਾ ਉਹਨੂੰ ਉੱਥੇ ਕਨਫਰੰਟ ਕਰਨਾ ਚਾਹੀਦਾ, ਫੇਸ ਕਰਨਾ ਚਾਹੀਦਾ, ਮੁਕਾਬਲਾ ਕਰਨਾ ਚਾਹੀਦਾ, ਉਸੇ ਵੇਲੇ ਕੇਸ ਰਜਿਸਟਰ ਕਰਨਾ ਚਾਹੀਦਾ। ਤੁਸੀਂ ਦੇਖੋ, ਅਕਾਲ ਤਖਤ ਦੇ ਜਥੇਦਾਰ ਜਿਹੜੇ ਨੇ ਉਹ ਬੜੀ ਉੱਚ ਪਦਵੀ ਹੈ ਉਹਨਾਂ ਦੀ, ਧਾਰਮਿਕ ਇਨਸਾਨ ਨੇ, ਉਹ ਧਰਮ ਦੀਆਂ ਗੱਲਾਂ ਕਰਦੇ ਨੇ, ਔਰ ਜੇਕਰ ਉਹਨਾਂ ਨੂੰ ਕੋਈ ਚੀਜ਼ ਫੀਲ ਹੋਈ ਹੈ ਸ਼ਾਇਦ ਉਹ ਬੋਲੇ ਹੋਣਗੇ। ਪਰ ਮੇਰਾ ਆਪਣਾ ਇਹ ਖਿਆਲ ਹੈ, ਧਰਮ ਆਪਣੀ ਥਾਂ ਹੁੰਦਾ, ਲਾਅ ਐਂਡ ਆਰਡਰ ਆਪਣੀ ਥਾਂ ਹੁੰਦਾ, ਦੋਨਾਂ ਨੂੰ ਕਦੇ ਵੀ ਮਿਕਸ ਨਹੀਂ ਹੋਣ ਦੇਣਾ ਚਾਹੀਦਾ। ਜੇਕਰ ਕੋਈ ਲਾਅ ਐਂਡ ਆਰਡਰ ਵਾਇਲੇਟ ਕਰਦਾ, ਕਾਨੂੰਨੀ ਕਾਰਵਾਈ ਕਰੋ। ਜਦੋਂ ਤੁਸੀਂ ਲਾਅ ਐਂਡ ਆਰਡਰ ਮੇਨਟੇਨ ਕਰ ਰਹੇ, ਫਿਰ ਉਹਦਾ ਖਮਿਆਜਾ ਵੀ ਭੁਗਤਣਾ ਪੈ ਰਿਹਾ, ਉਹਦਾ ਵਿਰੋਧ ਵੀ ਝੇਲਣਾ ਪੈ ਰਿਹਾ, ਚਾਹੇ ਬੀਜੇਪੀ ਹੈ ਚਾਹੇ ਆਮ ਆਦਮੀ ਪਾਰਟੀ ਹੈ। ਸਮਝੇ ਨਹੀਂ, ਦੇਖੋ, ਜਿੱਥੇ
ਕੋਈ ਕਾਨੂੰਨ ਤੋੜਦਾ ਹੈ, ਤੁਹਾਨੂੰ ਉਹਨੂੰ ਫੇਸ ਕਰ ਲੈਣਾ ਚਾਹੀਦਾ। ਤੁਸੀਂ ਉਹਦੇ ਨਾਲ ਸੂਬੇ ਦਾ ਵੀ ਭਲਾ ਕਰ ਰਹੇ ਹੋ, ਸਮਾਜ ਦਾ ਵੀ ਭਲਾ ਕਰ ਰਹੇ ਹੋ। ਜਦੋਂ ਤੁਸੀਂ ਉਹਨੂੰ ਇੱਕ ਵਾਰੀ ਬਿੱਲੀ ਵਾਂਗੂ ਕਬੂਤਰ ਵਾਂਗੂ ਬਿੱਲੀ ਨੂੰ ਦੇਖ ਕੇ ਅੱਖਾਂ ਮੀਟ ਲੈਂਦਾ ਤੇ ਬਿੱਲੀ ਦੂਰ ਨਹੀਂ ਹੁੰਦੀ, ਸਿਰਫ ਤੁਹਾਨੂੰ ਇੱਕ ਭਰਮ ਹੋ ਜਾਂਦਾ ਹੈ ਕਿ ਮੈਂ ਹੁਣ ਸੇਫ ਹਾਂ। ਤੁਸੀਂ ਜਦੋਂ ਵੀ ਲਾਅ ਐਂਡ ਆਰਡਰ ਕੋਈ ਵਾਇਲੇਟ ਕਰਦਾ ਹੈ, ਤੁਹਾਨੂੰ ਉਹਦਾ ਮੁਕਾਬਲਾ ਕਰਨਾ ਚਾਹੀਦਾ, ਫੇਸ ਕਰਨਾ ਚਾਹੀਦਾ ਹੈ। ਔਰ ਉਹਨੂੰ ਬੰਦੇ ਨੂੰ ਕਾਨੂੰਨ ਦੇ ਦਾਇਰੇ 'ਚ ਸਾਡੀ ਕੋਈ ਦੁਸ਼ਮਣੀ ਥੋੜ੍ਹਾ ਹੈ, ਤੁਸੀਂ ਸਾਰੇ ਆਪਣੇ ਦੇਸ਼ ਦੇ ਲੋਕ ਨੇ। ਉਹ ਜਦੋਂ ਕਾਨੂੰਨ ਦੇ ਦਾਇਰੇ 'ਚ ਆ ਜਾਣ, ਸਾਡਾ ਉਹਨਾਂ ਨੂੰ ਕੋਈ ਝਗੜਾ ਹੁਣ ਕੀ ਸੋਚ ਹੈ ਕਿ ਇਹ ਜਿਹੜਾ ਇਸ਼ੂ ਇੱਕਦਮ ਦੁਬਾਰਾ ਉੱਠ ਗਿਆ, ਆਮ ਚਰਚਾ ਦੇ ਵਿੱਚ ਆ ਗਿਆ, ਆਮ ਭਾਸ਼ਾ ਦੇ ਵਿੱਚ ਆ ਗਿਆ, ਕਿ ਇਹ ਹੁਣ ਜਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਇਹਦੇ ਨਾਲ ਇਹ ਖਤਮ ਵੀ ਹੋ ਸਕਦਾ ਹੈ, ਇਹਦੇ ਤੇ ਦੁਬਾਰਾ ਪੌਜ਼ ਹੀ ਲੱਗੇਗਾ ਜਾਂ ਫਿਰ ਫੁੱਲ ਸਟਾਪ ਵੀ ਹੋ ਸਕਦਾ? ਨਹੀਂ, ਦੇਖੋ ਤੁਹਾਨੂੰ ਇਸ ਚੀਜ਼ ਨੂੰ ਦੇਖੋ ਅਸੀਂ ਸੋਸ਼ਲ ਮੀਡੀਆ 'ਚ ਰੋਜ਼ ਗੱਲ ਰਿਪੀਟ ਕਰੀ ਜਾਂਦੇ ਹਾਂ। ਦੇਖੋ ਕੁਝ ਥੋੜ੍ਹੀਆਂ ਬਹੁਤੀਆਂ ਹੋ ਸਕਦੀਆਂ ਖਾਮੀਆਂ ਇੱਧਰ ਉੱਧਰ ਹੋਣਗੀਆਂ, ਪਰ ਅਸੀਂ ਉਹਨਾਂ ਦੇ ਨਾਲ ਸਾਰਾ ਕੁਝ ਰਲਾ ਕੇ ਵਿੱਚ ਅੰਮ੍ਰਿਤਪਾਲ ਪਾਤਾ, ਵਿੱਚ ਡਰੱਗ ਨਾਲ ਹੈਗੀ ਆ, ਉਹ ਅਸੀਂ ਹਾਲੇ ਵਿੱਚ ਗੈਂਗਸਟਰ ਆ ਗਏ, ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਇਕੱਠੇ ਕਰਕੇ ਨਾਲ ਅਸੀਂ ਖਾਲਿਸਤਾਨ ਲੈ ਆਂਦਾ, ਨਾਲ ਅਸੀਂ ਜਥੇਦਾਰ ਜੀ ਦੀਆਂ ਸਟੇਟਮੈਂਟਸ ਲੈ ਆਂਦੀਆਂ, ਤੇ ਅਸੀਂ ਉਹਨੂੰ ਇੱਕ ਬੜਾ ਗਲਤ ਟਰਨ ਦੇ ਦਿੰਦੇ ਹਾਂ। ਨਹੀਂ, ਇਹ ਸਾਰੇ ਆਈਸੋਲੇਟਿਡ ਇਸ਼ੂਜ਼ ਨੇ ਔਰ ਉਹ ਸਾਰੇ ਵੱਖਰੇ ਵੱਖਰੇ ਤੁਹਾਨੂੰ ਹੈਂਡਲ ਕਰਨੇ ਚਾਹੀਦੇ। ਇਹ ਜਿਸ ਤਰ੍ਹਾਂ ਤੁਸੀਂ ਪਰਦੇ ਦੇ ਪਿੱਛੇ ਰਹਿ ਕੇ ਤੁਸੀਂ ਦੱਸਿਆ ਕਿ ਡਿਸਕਸ਼ਨਸ ਦੇ ਨਾਲ ਹੀ 3 ਖੇਤੀ ਕਾਨੂੰਨ ਨੂੰ ਵਾਪਸ ਕਰਾਤੇ ਇੱਕ ਤਰ੍ਹਾਂ, ਚਾਹੇ ਤੁਸੀਂ ਕਹਿੰਦੇ ਕਿ ਤੁਸੀਂ ਕਹਿ ਰਹੇ, ਮੈਂ ਹੀ ਸਵਾਲ ਕਰ ਰਿਹਾ, ਮੇਰਾ ਸਵਾਲ ਪੂਰਾ ਹੋ ਜਾਏ ਕਿ ਤੁਸੀਂ ਕਿਹਾ ਕਿ ਮੇਰਾ ਰੋਲ ਛੋਟਾ ਜਿਹਾ ਸੀਗਾ, ਪਰ ਫਿਰ ਵੀ ਤੁਸੀਂ ਕਿਤੇ ਨਾ ਕਿਤੇ ਤੁਹਾਡਾ ਮੈਸੇਜ ਤਾਂ ਟਰੈਵਲ ਕੀਤਾ ਕਿ ਇਸ ਇਸ਼ੂ ਨੂੰ ਲੈ ਕੇ ਵੀ ਹੁਣ ਤੁਸੀਂ ਇਸੇ ਤਰ੍ਹਾਂ ਪਾਰਟੀ ਵਿਦਿਨ ਪਾਰਟੀ ਡਿਸਕਸ਼ਨ ਕਰ ਰਹੇ ਹੋ ਕਿ ਤੁਹਾਡਾ, ਤਾਂ ਕਿ ਤੁਹਾਡਾ ਮੈਸੇਜ ਉੱਪਰ ਉਹ ਟਰੈਵਲ ਹੋਵੇ ਔਰ ਉਹ ਜਿਹੜੀ ਕਾਰਵਾਈਆਂ ਉਹ ਸਹੀ ਤਰ੍ਹਾਂ ਹੋ ਜਾਣ। ਨਹੀਂ, ਦੇਖੋ ਮੈਂ ਤੁਹਾਨੂੰ ਦੱਸਦਾ, ਕੋਈ ਵੀ ਚੰਗੀ ਪੋਲੀਟੀਕਲ ਪਾਰਟੀ ਵੱਖਰੇ ਵੱਖਰੇ ਲੈਵਲ ਦੇ ਉੱਤੇ ਵੱਡੇ ਵੱਡੇ ਇਸ਼ੂਜ਼ ਡਿਸਕਸ ਕਰਦੀਆਂ ਨੇ ਸਾਰੀਆਂ ਪਾਰਟੀਜ਼, ਤੇ BJP being the national party and the party in power in the government of India, ਤੇ ਉਹਨਾਂ ਨੇ ਵੱਖਰੇ ਵੱਖਰੇ ਲੈਵਲ ਦੇ ਉੱਤੇ ਨਾ ਸਿਰਫ ਖੇਤੀ ਬਲਕਿ ਦੂਸਰੇ ਇਸ਼ੂਜ਼ ਦੇ ਉੱਤੇ ਵੀ ਉਹਨਾਂ ਦਾ ਵਿਚਾਰ ਚੱਲਦਾ ਰਹਿੰਦਾ, ਤੇ ਉਹਦੇ ਅੰਦਰ ਡੈਫੀਨੇਟਲੀ ਸਾਡੇ ਵਰਗੇ ਜਿਹੜੇ ਛੋਟੇ ਮੋਟੇ ਵਰਕਰ ਟਾਈਪ ਅਸੀਂ ਹੈਗੇ ਆ, ਅਸੀਂ ਆਪਣੀਆਂ ਸਲਾਹਾਂ ਦਿੰਦੇ ਰਹਿੰਦੇ ਆ, ਔਰ ਉਹਦੇ ਅੰਦਰ ਬੜੀਆਂ ਚੀਜ਼ਾਂ ਹੁਣ ਮਨਜ਼ੂਰ ਹੋ ਜਾਂਦੀਆਂ ਨੇ। ਹੁਣ ਸਾਡੇ ਅੰਦਰ ਇੱਕ ਸੈਕਸ਼ਨ ਸੀ ਜਿਨ੍ਹਾਂ ਨੇ ਸੁਜੈਸਟ ਕੀਤਾ ਸੀ ਭਈ ਏਅਰਪੋਰਟ ਦਾ ਨਾਮ ਭਗਤ ਸਿੰਘ, ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ 'ਤੇ ਰੱਖੋ, ਉਹ ਹੋ ਗਿਆ। ਅੱਛਾ, ਉਸੇ ਤਰ੍ਹਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਕਿਹਾ ਗਿਆ ਸੀ, ਉਹ ਵੀਰ ਬਾਲ ਦਿਵਸ ਹੋ ਗਿਆ। ਤੇ ਉਹਦੇ ਅੰਦਰ ਤੁਸੀਂ ਪਾਰਟੀ ਹਾਈ ਕਮਾਂਡ ਇਜ਼ ਰਿਸੈਪਟਿਵ, ਕੋਈ ਵੀ ਪੋਜ਼ਿਟਿਵ ਜਿਹੜੀਆਂ ਨੇ ਤੇ ਉਹ ਚੀਜ਼ਾਂ ਐਕਸੈਪਟ ਹੁੰਦੀਆਂ ਨੇ। ਉਸੇ ਤਰ੍ਹਾਂ ਬੜਾ ਕੁਛ ਹਾਲੇ ਪੰਜਾਬ ਲਈ ਹੋਣ ਵਾਲਾ। ਦੇਖੋ ਮੇਰੀ ਨਜ਼ਰ ਦੇ ਵਿੱਚ ਅੱਜ ਪੰਜਾਬ ਦੇ ਬਹੁਤ ਸਾਰੇ ਪ੍ਰਵਾਸੀ ਤੇ ਬਾਹਰ ਰਹਿੰਦੇ ਆ, NRIs, ਅਮਰੀਕਾ, ਕੈਨੇਡਾ, ਇੰਗਲੈਂਡ। ਉਹਨਾਂ ਨੇ ਜੇ ਆਪਣੇ ਪਿੰਡ ਆਉਣਾ ਹੋਵੇ ਵਾਪਸ 2-3 ਸਾਲ ਬਾਅਦ, 10 ਦਿਨ ਛੁੱਟੀ ਹੁੰਦੀ, 15 ਦਿਨ ਛੁੱਟੀ ਹੁੰਦੀ, ਉਹ ਉੱਥੋਂ ਚੱਲਣਗੇ, ਦਿੱਲੀ ਉਤਰਦੇ ਆ, ਉੱਥੋਂ ਫਿਰ ਬੱਸ ਰਾਹੀਂ ਆਪਣੇ ਪਿੰਡ ਪਹੁੰਚਦੇ ਆ, 2-3 ਦਿਨ 4 ਦਿਨ ਛੁੱਟੀ ਖਤਮ ਹੋ ਜਾਂਦੀ ਹੈ, ਫਿਰ ਜਾਂਦੇ ਦਿੱਲੀ ਫਲਾਈਟ ਫੜ ਕੇ ਵਾਪਸ। ਮੇਰੀ ਨਜ਼ਰ ਦੇ ਵਿੱਚ ਉਹਨਾਂ ਦੀ ਲੋੜਾਂ ਸਮਝਣ ਦੀ ਲੋੜ ਹੈ। ਜੇਕਰ ਕੈਨੇਡਾ ਦੇ ਕਿਸੇ ਏਅਰਪੋਰਟ ਤੋਂ ਡਾਇਰੈਕਟ ਫਲਾਈਟ ਚੰਡੀਗੜ੍ਹ ਹੋਵੇ ਜਾਂ ਅੰਮ੍ਰਿਤਸਰ ਹੋਵੇ, ਔਰ ਉਸੇ ਤਰ੍ਹਾਂ ਇੱਧਰੋਂ ਡਾਇਰੈਕਟ ਫਲਾਈਟ ਕੈਨੇਡਾ ਜਾਂ ਅਮਰੀਕਾ ਜਾਂ ਇੰਗਲੈਂਡ ਉਹ ਹੋਣ, ਤੇ ਉਹਨਾਂ ਲਈ ਬੜਾ ਸੌਖਾ ਹੋ ਜਾਏਗਾ। ਤੇ ਮੇਰੇ ਖਿਆਲ ਦੇ ਵਿੱਚ ਸਾਨੂੰ ਉਹਦੇ ਵੱਲ ਧਿਆਨ ਕਰਨਾ ਚਾਹੀਦਾ ਹੈ। ਉਸੇ ਤਰ੍ਹਾਂ ਪੰਜਾਬ ਦੀ ਜਿਹੜੀ ਕਿਸਾਨੀ ਹੈ ਉਹ ਅੱਜ ਬੜੇ ਮਾੜੇ ਜਗ੍ਹਾ 'ਤੇ ਚਲੀ ਗਈ। ਜਿਹੜਾ ਮਾਰਜਨਲ ਫਾਰਮਰ ਹੈ, ਛੋਟਾ 2.5 ਏਕੜ ਵਾਲਾ, ਉਹਨਾਂ ਦਾ ਉਹ ਜੇ ਤੁਸੀਂ ਦੇਖੋ ਤਾਂ ਕਰਜ਼ੇ ਨਾਲ ਵਿੰਨੇ ਪਏ ਹੈ। ਤੁਸੀਂ ਪਿੰਡਾਂ ਦਾ ਮਾਹੌਲ ਚੰਗਾ ਨਹੀਂ ਹੈ, ਬੱਚਿਆਂ ਨੂੰ ਚੰਗੀ ਕੰਪਨੀ ਨਹੀਂ ਮਿਲਦੀ, ਪੜ੍ਹਾਈ ਦਾ ਸਟੈਂਡਰਡ ਚੰਗਾ ਨਹੀਂ ਹੈ, ਹੈਲਥ ਕੇਅਰ ਚੰਗੀ ਨਹੀਂ ਹੈ। ਤੇ ਮੇਰੇ ਖਿਆਲ ਦੇ ਵਿੱਚ ਬਹੁਤ ਕੁਛ ਪੰਜਾਬ ਦੇ ਹਰ ਏਰੀਆ ਦੇ ਅੰਦਰ ਕਰਨ ਵਾਲਾ ਹੈ। ਤੁਸੀਂ ਸਾਡੇ ਸਕੂਲਾਂ ਦੀ ਐਜੂਕੇਸ਼ਨ ਸਿਸਟਮ ਹਾਲੇ ਚੰਗਾ ਨਹੀਂ ਹੈ। ਜੋ ਮਰਜ਼ੀ ਸਰਕਾਰਾਂ ਕਹੀ ਜਾਣ, ਕ੍ਰੈਡਿਟ ਲਈ ਜਾਣ, ਹੈਲਥ ਕੇਅਰ
ਬੇਸਿਕ ਇਨਫਰਾਸਟ੍ਰਕਚਰ ਵੀ ਉਹਨਾਂ ਚੰਗਾ ਨਹੀਂ ਹੈ। ਇੰਡਸਟਰੀ ਸਾਡੀ ਜਿਹੜੀ ਹੈ ਉਹ ਅੱਗੇ ਨਾਲੋਂ ਵਧਣ ਦੀ ਬਜਾਏ ਥੱਲੇ ਚਲੀ ਗਈ ਹੈ। ਤੇ ਉਹ ਦੇਖੋ ਇਕੱਲੇ ਇਸ਼ਤਿਹਾਰ ਦੇ ਦੇਣ ਨਾਲ ਅਖਬਾਰ 'ਚ ਹਾਲਾਤ ਬਦਲ ਨਹੀਂ ਜਾਂਦੇ। ਤੇ ਮੈਂ ਜੋ ਦੇਖਿਆ ਕਿ ਬੜੀਆਂ ਪ੍ਰੋਬਲਮ ਨੇ ਜਿਨ੍ਹਾਂ ਨੂੰ ਫੇਸ ਕਰਕੇ ਉਹਨਾਂ ਦਾ ਹੱਲ ਲੱਭਣਾ ਪਏਗਾ। ਕਿਉਂਕਿ ਤੁਸੀਂ ਅਫਸਰ ਰਹੇ ਹੋ, ਤੁਸੀਂ ਇਸ ਤਰ੍ਹਾਂ ਦੇ ਇਸ਼ੂਜ਼ ਨੂੰ ਬਖੂਬੀ ਸਮਝਦੇ ਹੋ ਔਰ ਤੁਸੀਂ ਇਹ ਇਸ਼ੂਜ਼ ਚੱਕ ਵੀ ਰਹੇ ਹੋ। ਪਰ ਮੇਰਾ ਆਖਰੀ ਸਵਾਲ ਹੈ ਕਿ ਜਿਸ ਤਰ੍ਹਾਂ ਦੀ ਪੋਲਿਟਿਕਸ ਹੋ ਗਈ ਹੈ, ਤੁਸੀਂ ਆਪ ਉਹ ਕਾਰਵਾਈਆਂ ਝੇਲੀਆਂ ਨੇ, ਵਿਜੀਲੈਂਸ ਦੀ ਕਾਰਵਾਈਆਂ ਤੁਸੀਂ ਝੇਲੀਆਂ 2007 ਤੋਂ। ਹੁਣ ਜੋ ਪੋਲੀਟੀਕਲ ਇਸ਼ੂਜ਼ ਨੇ, ਇੱਕ ਪਾਰਟੀ ਆਉਂਦੀ ਹੈ, ਦੂਜੇ ਪਾਰਟੀ ਦੇ ਲੀਡਰਾਂ ਨੂੰ ਵਿਜੀਲੈਂਸ ਦੀ ਕਾਰਵਾਈਆਂ ਉਹਨਾਂ 'ਤੇ ਚੱਲ ਰਹੀਆਂ, ਦੂਜੇ ਪਾਸੇ ਜਿੱਥੇ ਆਮ ਆਦਮੀ ਪਾਰਟੀ ਕਾਂਗਰਸ ਦੇ ਬੀਜੇਪੀ ਦੇ ਲੀਡਰਾਂ ਨੂੰ ਚੱਕ ਰਹੀ ਹੈ, ਤੇ ਦੂਜੇ ਪਾਸੇ ਦਿੱਲੀ ਦੇ ਵਿੱਚ ਸਰਕਾਰ ਤੇ ਆਰੋਪ ਲੱਗਦਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਤੰਗ ਕਰ ਰਹੀ ਹੈ। ਅਰਵਿੰਦ ਕੇਜਰੀਵਾਲ ਹੁਣ ਤੱਕ ਤੋਂ CBI ਪੁੱਛਗਿੱਛ ਕਰ ਰਹੀ ਹੈ, ਡਿਪਟੀ CM ਅਰੈਸਟ ਹੋ ਰਹੇ ਨੇ। ਜਿਹੜੀ ਇਹ ਪੋਲਿਟਿਕਸ ਬਣੀ ਹੋਈ ਹੈ, ਤੁਸੀਂ ਇਸ ਪੋਲਿਟਿਕਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜਿਹੜੇ ਇਸ਼ੂਜ਼ ਤੁਸੀਂ ਸੋਚ ਰਹੇ ਹੋ ਕਿ ਇਹ ਇਸ਼ੂਜ਼ ਹੋਣੇ ਚਾਹੀਦੇ ਨੇ ਔਰ ਤੁਸੀਂ ਤਾਂ ਇਹ ਕਾਰਵਾਈਆਂ 'ਚੋਂ ਨਿਕਲੇ ਹੋ। ਮੈਂ ਤੁਹਾਨੂੰ ਦੱਸਦਾ, ਦੇਖੋ ਤੁਸੀਂ ਅੱਜ ਜਿਵੇਂ ਇਸ਼ੂ ਰੇਜ਼ ਕੀਤਾ ਨਾ, ਤਾਂ ਇੱਕ ਉਰਦੂ ਦਾ ਸ਼ੇਅਰ ਹੈ, ਤੁਹਾਨੂੰ ਅਸੂਲਾਂ ਦੇ ਉੱਤੇ ਸਟੈਂਡ ਰਹਿਣੇ ਪੈਂਦੇ ਆ। एक उर्दू का शेर है, असूलों पर जो आँच आए तो टकराना ज़रूरी है, अगर जिंदा हो फिर जिंदा नज़र आना ज़रूरी है। तुसी जेकर तुसी बेइंसाफी के सामने सरेंडर कर दिता तो की चीज़ है? वट आर यू आर नथिंग। तुहानू मलिया मेट करके सुट देंगे। तुसी मैं लड़िया, मैं क्यों, मैनू पता सी मेरे नाल धक्का कर रहे हैं, ਹੁਣ ਜਾਂ ਜਾ ਕੇ ਪੋਲੀਟੀਕਲ ਬੌਸਿਸ ਦੇ ਪੈਰੀਂ ਪੈ ਜਾਓ, ਨੋ, ਕੀ ਹੋਏਗਾ? ਤੁਸੀਂ ਲੜਨਾ ਔਖਾ ਜ਼ਰੂਰ ਹੀ ਹੁੰਦਾ ਹੈ। ਮਤਲਬ ਹਰ ਚੀਜ਼ ਦੇ ਉੱਤੇ ਤੁਹਾਨੂੰ ਖਰਚਾ ਕਰਨਾ ਪੈਂਦਾ ਹੈ। ਤੁਹਾਨੂੰ ਮੇਰੇ ਖਿਆਲ 10 ਸਾਲ ਦਾ ਵਕਫਾ ਤੇ ਹੋ ਹੀ ਰਿਹਾ ਹੈਗਾ। ਤੁਸੀਂ 2017 ਚ ਕੁਇਟ ਹੋਏ ਸੀਗੇ ਮੇਰੇ ਖਿਆਲ। ਨਹੀਂ ਜੀ, ਮੈਂ ਲੜੀ ਗਿਆ, ਬਟ ਮੈਨੂੰ ਸੁਪਰੀਮ ਕੋਰਟ ਤੋਂ ਉਹਨਾਂ ਨੇ ਕਹਿ ਦਿੱਤਾ, ਸਟੇਟ ਆਫ, ਮੈਂ ਕਾਗਜ਼ ਦਿਖਾਏ, ਮੈਂ ਕਿਹਾ ਜੀ ਵੀ ਆਹ ਮੇਰਾ ਰਿਕਾਰਡ ਹੈ। ਹੋ ਸਕਦਾ ਮਤਲਬ ਮੈਂ ਬੜਾ ਮਾੜਾ ਬੰਦਾ ਹੋਵਾਂ, ਬਟ ਦਿਸ ਇਜ਼ ਮਾਈ ਰਿਕਾਰਡ। ਉਹਨਾਂ ਜਦੋਂ ਰਿਕਾਰਡ ਦੇਖਿਆ, ਉਹਨਾਂ ਨੇ ਉਸੇ ਵੇਲੇ ਸਾਰੀ ਚੀਜ਼ ਠੱਪ ਕਰ ਦਿੱਤੀ ਔਰ ਉਹਦੇ ਅੰਦਰ ਕਿਹਾ ਕਿ ਸਟੇਟ ਆਫ ਮਹਾਰਾਸ਼ਟਰ ਇਜ਼ ਐਟ ਲਿਬਰਟੀ ਟੂ ਪੋਸਟ ਹਿਮ ਐਜ਼ ਡਾਇਰੈਕਟਰ ਜਨਰਲ ਆਫ ਪੁਲਿਸ। ਮੈਂ ਬਾਅਦ 'ਚ DG ਮਹਾਰਾਸ਼ਟਰ ਬਣ ਕੇ ਰਿਟਾਇਰ ਹੋਇਆ ਤੇ ਇਟ ਵਾਜ਼ ਓਕੇ। ਦੇਖੋ ਪੋਲੀਟਿਕਸ ਜੇਕਰ ਮੈਂ ਵੀ ਸਰੈਂਡਰ ਕਰ ਦਿੰਦਾ ਤੇ ਸ਼ਾਇਦ ਮੈਨੂੰ ਆਪਣੇ ਆਪ ਨਾਲ ਅਫਸੋਸ ਹੋਣਾ ਸੀ ਵੀ ਮੈਂ ਕਿਉਂ ਸਰੈਂਡਰ ਕੀਤਾ। ਸੋ ਆਈ ਫੌਟ ਇਟ ਆਊਟ ਔਨ ਮੈਰਿਟ ਤੇ ਠੀਕ ਰਿਹਾ। ਪਰ ਜਿਸ ਤਰ੍ਹਾਂ ਮੈਂ ਸਵਾਲ ਹੋਈ ਸੀਗਾ ਕਿ ਜੋ ਹੁਣ ਪੋਲੀਟੀਕਲ ਸਿਨੈਰੀਓ ਬਣਿਆ, ਤੁਸੀਂ ਤੁਹਾਡੇ 'ਤੇ ਇਲਜ਼ਾਮ ਲੱਗੇ, ਉਸ ਵੇਲੇ ਮੈਨੂੰ ਯਾਦ ਆ ਅਖਬਾਰਾਂ ਦੀ ਹੈਡਲਾਈਨਸ ਕੀ ਹੁੰਦੀਆਂ ਸੀਗੀਆਂ, ਤੁਹਾਡੀਆਂ ਫੋਟੋਆਂ ਰੋਜ਼ਾਨਾ ਅਖਬਾਰਾਂ 'ਚ ਲੱਗ ਜਾਂਦੀਆਂ ਸੀਗੀਆਂ। ਉਹ ਮੈਸੇਜ ਤਾਂ ਉਦੋਂ ਤਾਂ ਇੱਕ ਵਾਰੀ ਮੈਸੇਜ ਚਲਾ ਜਾਂਦਾ, ਬਾਅਦ 'ਚ ਤੁਸੀਂ ਲੜਾਈ ਲੜੀ, ਸੁਪਰੀਮ ਕੋਰਟ ਨੇ ਕਿਹਾ ਸ਼ਾਇਦ ਉਹ ਮੈਸੇਜ ਉਹਨੇ ਡੈਲੀਬਰੇਟਲੀ ਨਹੀਂ ਵਾਇਰਲ ਹੋਇਆ ਹੋਏਗਾ। ਪਰ ਜੋ ਹੁਣ ਪੋਲੀਟੀਕਲ ਸਿਨੈਰੀਓ ਬਣਿਆ ਹੈ, ਇੱਕ ਪਾਰਟੀ ਕਹਿੰਦੀ ਇਸ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਖਰਾਬ ਨੇ, ਉਹ ਭ੍ਰਸ਼ਟ ਨੇ, ਉਸ ਤੋਂ ਬਾਅਦ ਦੂਜੀ ਪਾਰਟੀ ਉਸ ਪਾਰਟੀ ਦੇ ਹੀ ਲੀਡਰਾਂ ਨੂੰ ਭ੍ਰਸ਼ਟ ਕਹਿ ਰਹੀ ਹੈ। ਇਹ ਕੀ ਸਿਸਟਮ ਬਦਲਣਾ ਚਾਹੀਦਾ? ਨਹੀਂ, ਦੇਖੋ ਮੈਂ ਕੀ ਕਹਿ ਰਿਹਾ ਵੀ ਜੇਕਰ ਆਮ ਆਦਮੀ ਗਵਰਨਮੈਂਟ ਫਾਰਮਰ CM ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਸਮਨ ਕਰਦੀ ਹੈ, ਉਹ ਕਹਿੰਦੇ ਵੀ ਜਾਇਜ਼ ਹੈ। ਅੱਛਾ, ਜੇਕਰ CBI ਕੇਜਰੀਵਾਲ ਜੀ ਨੂੰ ਬੁਲਾਉਂਦੀ ਹੈ, ਇਹ ਪੋਲੀਟੀਕਲ ਵੈਂਡੇਟਾ ਹੈ। ਇਹ ਨਹੀਂ। ਦੇਖੋ ਯਾਰਡ ਸਟਿਕ ਰਾਜਨੀਤੀ ਦੇ ਵਿੱਚ ਇੱਕ ਰੱਖਣੀ ਚਾਹੀਦੀ ਹੈ ਔਰ ਸ਼ਾਇਦ ਸਾਡੇ ਜਿਹੜੇ ਪੋਲੀਟੀਸ਼ੀਅਨਸ ਨੇ ਇਹ ਸਾਰੇ ਵੱਖਰੇ ਵੱਖਰੇ ਮਾਪਦੰਡ ਜਿਹੜੇ ਆ ਉਹ ਚਾਹੁੰਦੇ ਨੇ, ਜਿਹੜੇ ਕਿ ਪੋਲੀਟਿਕਸ ਦੇ ਅੰਦਰ ਮਤਲਬ ਜਾਂ ਐਡਮਿਨਿਸਟ੍ਰੇਸ਼ਨ 'ਚ ਵੀ ਨਹੀਂ ਹੋਣੇ ਚਾਹੀਦੇ। ਜੋ ਮੈਂ ਆਪਣੀ ਪਾਰਟੀ ਲਈ ਮਾਪਦੰਡ ਰੱਖਦਾ ਉਹੀ ਮੈਨੂੰ ਦੂਜੀਆਂ ਪਾਰਟੀ ਲਈ ਵੀ ਸਮਝਣੇ ਚਾਹੀਦੇ। ਤੇ ਮੈਨੂੰ ਤੁਸੀਂ ਜੇਕਰ ਚਰਨਜੀਤ ਚੰਨੀ ਹੋਰਾਂ ਨੂੰ ਸੱਦਣਾ ਜਾਇਜ਼ ਹੈ ਤੇ ਕੇਜਰੀਵਾਲ ਜੀ ਨੂੰ ਸੱਦਣਾ ਵੀ ਜਾਇਜ਼ ਹੈ। ਦੇਖੋ ਕੋਈ ਵੀ ਬੰਦਾ ਜਿਹੜਾ ਹੈ ਉਹ ਜੇਕਰ ਕੋਈ ਗਲਤੀ ਕਰੇਗਾ, ਕੁਐਸਚਨਿੰਗ ਹੋਣੀ ਕੋਈ ਮਾੜੀ ਗੱਲ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਵੀ BJP 'ਚ ਨੇ, ਬੜੀ ਵਾਰ ਗੱਲਾਂ ਉੱਠਦੀਆਂ ਨੇ, ਜਾਂ ਤਾਂ ਉਹਨਾਂ ਨੂੰ ਕਦੀ ਕਿਹਾ ਜਾਂਦਾ ਕਿ ਵਾਈਸ ਪ੍ਰੈਜ਼ੀਡੈਂਟ ਦੇ ਲਈ ਵੀ ਕੈਂਡੀਡੇਟ ਬਣਾਉਂਦੀ ਹੈ BJP, ਕਦੀ ਮਹਾਰਾਸ਼ਟਰ ਦਾ ਗਵਰਨਰ ਵੀ ਲਵਾਇਆ ਜਾਂਦਾ, ਪਰ ਲੱਗਦੇ ਨਹੀਂ ਹੈ। ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਇੱਥੇ ਐਡਜਸਟ ਹੋਣਗੇ ਪਾਰਟੀ ਦੇ ਵਿੱਚ, ਜਿਸ ਤਰ੍ਹਾਂ ਦਾ ਉਹਨਾਂ ਦਾ ਕੱਦ ਰਿਹਾ ਪਹਿਲੇ? ਦੇਖੋ ਇਸ ਤਰ੍ਹਾਂ ਤੁਹਾਡੇ ਪੁਰਾਣੇ ਨਹੀਂ, ਦੇਖੋ ਮੈਂ ਉਹਦੇ 'ਚ ਮੈਨੂੰ ਕੁਝ ਪਤਾ ਨਹੀਂ ਹੈ, ਪਰ ਕੀ ਹੁੰਦਾ ਹੈ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ
ਇਹ ਬੜੇ ਉੱਪਰਲੇ ਲੈਵਲ ਦੀਆਂ ਨੇ ਤੇ ਮੈਂ ਤੁਸੀਂ ਹੁਣ ਮੁਲਾਕਾਤ ਆਪਣੇ ਕਰਦੇ ਆਪ ਰਹਿੰਦੇ ਨੂੰ- ਉਹਨਾਂ ਨਹੀਂ ਮੁਲਾਕਾਤ ਹੁੰਦੀ ਹੈ ਜੀ ਬਿਲਕੁਲ। ਤੇ ਪਰ ਕੀ ਹੁੰਦਾ ਵੀ ਮੈਂ ਉਸ ਲੈਵਲ ਦੇ ਵਿੱਚ ਨਹੀਂ ਆ ਜਿੱਥੇ ਕੋਈ ਡਿਸੀਜਨ ਮੇਕਿੰਗ ਮੈਨੂੰ ਪੁੱਛ ਕੇ ਕੀਤੀ ਜਾਵੇ। ਤੁਸੀਂ ਮੈਂ ਮਤਲਬ ਜਿਸ ਤਰ੍ਹਾਂ ਉਹ ਇੱਕ ਬੜੇ ਐਕਸਪੀਰੀਅੰਸਡ ਐਡਮਿਨਿਸਟ੍ਰੇਟਰ ਨੇ, ਪੋਲੀਟੀਕਲ ਲੀਡਰ ਨੇ, ਤੇ ਹੋ ਸਕਦਾ ਪਾਰਟੀ ਉਹਨਾਂ ਦੇ ਅਨੁਭਵ ਦਾ ਫਾਇਦਾ ਕਿਸੇ ਤਰ੍ਹਾਂ ਉਠਾਵੇ ਤੇ ਮਤਲਬ ਇਹ ਵੀ ਪੋਸੀਬਲ ਹੈ। ਬਿਲਕੁਲ ਬਿਲਕੁਲ। ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ। ਇਹ ਸਨ ਸਾਬਕਾ ਡੀਜੀਪੀ SS ਫਿਰਕੌਰ, ਬੀਜੇਪੀ ਨੇਤਾ। ਜਿਸ ਤਰ੍ਹਾਂ ਇਹਨਾਂ ਨੇ ਬੇਬਾਕੀ ਨਾਲ ਦੱਸਿਆ ਕਿ ਕੀ ਪੋਲੀਟੀਕਲ ਇਸ਼ੂਜ਼ ਦੇਸ਼ ਦੇ ਵਿੱਚ, ਸੂਬੇ ਦੇ ਵਿੱਚ ਹੋਣੇ ਚਾਹੀਦੇ ਨੇ, ਕਿਸ ਤਰ੍ਹਾਂ ਪੋਲੀਟੀਕਲ ਪਾਰਟੀਆਂ ਨੂੰ ਕੰਮ ਕਰਨਾ ਚਾਹੀਦਾ ਔਰ ਬੀਜੇਪੀ ਵੀ ਕਿਵੇਂ ਗਰੋ ਕਰੇਗੀ। ਇਹ ਵੀ ਤੁਸੀਂ ਸੁਣਿਆ ਕਿ ਬੜੀ ਬੇਬਾਕੀ ਦੇ ਨਾਲ ਇਹਨਾਂ ਨੇ ਦੱਸਿਆ ਕਿ ਅਗਲਾ ਰਾਹ ਕੀ ਹੋਣਾ ਚਾਹੀਦਾ ਹੈ। ਦੇਖਦੇ ਰਹੋ ਦੈਨਿਕ ਸਵੇਰਾ TV।